ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦਿ ਸਚ ਹੈ ਪੀ ਸਚ। ਨਾਨਕ ਹੋਸੀ ਭੀ ਸਚ। ਵਾਹਿਗੁਰੂ ਸ਼ਲੋਕ ਡੰਡੌਤ ਬੰਦਨ ਅਨਕ ਬਾਰ। ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ ਗਿਆਨ ਧਿਆਨ ਕਿਛ ਕਰਮ ਨ ਜਾਣਾ। ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ। ਜਿਨ ਕਲ ਰਾਖੀ ਮੇਰੀ ਕਿਰਪਾ ਕਰੋ ਦੀਨ ਕੇ ਦਾਤੇ। मेरा गुण अवगुण न विचारो कोई। माटी का क्या धोपें स्वामी मानस की गात एही। मैं नहीं कछ हाओ नहीं कछ आहे न मोरा। अवसर लज्जा राख लिहो सदना जन तोरा। वाहिगुरु साहिब जी ਬਿਰਧ ਭਇਓ ਸੂਝੈ ਨਹੀਂ ਕਾਲ ਪਹੁੰਚਿਓ ਆਨ। ਕਹੋ ਨਾਨਕ ਨਰ ਬਾਵਰੇ ਕਿਉ ਨ ਭਜੈ ਭਗਵਾਨ। ਸਤਿਗੁਰੂ ਗਰੀਬ ਨਵਾਜ ਪਤਿਤ ਪਾਵਨ ਨਿਰੰਕਾਰ ਅਕਾਲ ਪੁਰਖ ਧੰਨ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦਸੇ ਸਰੂਪ ਭਗਤਾਂ ਸ਼ਕਤੀਆਂ ਸਮੇਤ ਹਾਜ਼ਰ ਹਜ਼ੂਰ। ਗੁਰੂਆਂ ਦੇ ਗੁਰੂ ਜੁਗੋ ਜੁਗ ਅਟਲ ਗੁਰੂ ਆਦਿ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਸਾਜੀ ਨਵਾਜੀ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਰਸਨਾ ਸਫਲੀ ਕਰੋ। ਗੁਰੂ ਚਰਨਾਂ 'ਚ ਹਾਜ਼ਰੀ ਲਵਾਓ ਤੇ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੰਤਾ ਜੋਗ ਹੋ ਹਰ ਰੋਜ਼ ਦੀ ਤਰ੍ਹਾਂ ਗੁਰੂ ਦੇ ਸਨ ਗੁਰੂ ਬਖਸ਼ਿਆ ਸਰੀਰ ਲੈ ਕੇ ਹਾਜ਼ਰ ਹੁੰਦੇ ਹੋ। ਸਾਹਿਬਾਂ ਨੂੰ ਮੱਥਾ ਟੇਕ ਕੇ ਸੰਗਤ ਰੂਪ ਹੋ ਕੇ ਮਿਲ ਕੇ ਬੈਠ ਕੇ ਰੱਬੀ ਬਾਣੀ ਦਾ ਨਿਤਨੇਮ ਤੇ ਕੀਰਤਨ ਅਰਦਾਸ ਹੁਕਮਨਾਮਾ ਆਪਾਂ ਨੂੰ ਪ੍ਰਾਪਤ ਹੋ ਚੁੱਕਿਆ ਹੈ। 400 ਸਾਲਾ ਸ਼ਤਾਬਦੀ ਨੂੰ ਮੱਦੇ ਰੱਖਦੇ ਹਾਂ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸਾਹਿਬ ਮਹਾਨ ਸੰਤ ਮਹਾਨ ਤਿਆਗ ਮਹਾਨ ਸੂਰਮੇ ਮਹਾਨ ਕੁਰਬਾਨੀ ਤੇ ਬਲੀ ਤੇ ਮਹਾਨ ਪਰਉਪਕਾਰੀ। ਕਿਸੇ ਪਾਸੇ ਵੀ ਨਿਗਾਹ ਮਾਰ ਕੇ ਦੇਖ ਲਓ। ਉਸ ਗੁਰੂ ਦਾ ਦਿਹਾੜਾ ਮਨਾਉਣ ਲਈ ਸੰਗਤਾਂ ਤੇ ਪ੍ਰਬੰਧਕਾਂ ਦੇ ਉਦਮ ਕੀਤਾ ਹੈ। ਇਹ ਬਟਾਲਾ ਸ਼ਹਿਰ ਦੀ ਨਗਰੀ ਬੜੀ ਧੰਤਾਯੋਗ ਹੈ ਬੜੀ ਪਵਿੱਤਰ ਹੈ। ਬਹੁਤ ਸਮੇਂ ਤੋਂ ਪੁਰਾਣਾ ਨਗਰ ਹੈ ਜਿਸ ਵਿੱਚ ਆਪ ਅਕਾਲ ਪੁਰਖ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਵਿਵਾਹ ਕਰਨ ਵਾਸਤੇ ਆਏ। ਮੂਲ ਚੰਦ ਖੱਤਰੀ ਤੇ ਚੰਦੋ ਰਾਣੀ ਦੀ ਪੁੱਤਰੀ ਸਾਡੇ ਮਾਤਾ ਜਗਤ ਮਾਤਾ ਸੁਲੱਖਣੀ ਜੀ ਨਾਲ ਆਪ ਜੀ ਨੇ ਇਸ ਮੂਲ ਮੰਤਰ ਨੂੰ ਰੱਬ ਦੇ ਨਾਮ ਨੂੰ ਆਪਣਾ ਗੁਰੂ ਮੰਨਿਆ। ਦਿਵਾਲੇ ਫੇਰੇ ਲਏ। ਜਿਸ ਦਿਵਾਲੇ ਵੀ ਫੇਰੇ ਲਈਏ ਉਹਦਾ ਅਰਥ ਹੁੰਦਾ ਹੈ ਕਿ ਮੈਂ ਆਪਣਾ ਆਪ ਇਸ ਤੋਂ ਵਾਰਿਆ ਅਰਪਣ ਕਰਤਾ। ਕਿਸੇ ਅਗਨੀ ਤੋਂ ਨਹੀਂ ਕਿਸੇ ਦੇਵਤੇ ਤੋਂ ਨਹੀਂ ਕਿਸੇ ਹੋਰ ਵਸਤੂ ਤੋਂ ਨਹੀਂ। ਦੁਨੀਆ ਦੇ ਵੱਖਰੇ ਵੱਖਰੇ ਰਿਵਾਜ ਨੇ ਮਰਜ਼ਾਦਾ ਆਰੰਭ ਕੀਤੀ ਬਖਸ਼ ਕੀਤੀ। ਉਹ ਮਾਤਾ ਸੁਲੱਖਣੀ ਕਿੰਨੀ ਕੁ ਧੰਤਾਯੋਗ ਹੈ ਕਹਿਣ ਕਥਨ ਤੋਂ ਬਾਹਰ ਹੀ। ਇਸ ਪਾਸੇ ਬਹੁਤਾ ਨਾ ਜਾਈਏ ਅਤੇ ਗੁਰੂ ਸਾਹਿਬਾਂ ਨੂੰ ਜਨਮ ਦੇਣ ਵਾਲੀ ਬਹਾਨਾ ਬਣਾਇਆ ਜਨਮ ਦਾ। ਇਹਨੂੰ ਮਾਤਾ ਬਣਾਉਣਾ ਇਸ ਨੂੰ ਪਿਤਾ ਬਣਾਉਣਾ ਹੈ। ਸੋ ਸਾਹਿਬਾ ਗੁਰੂ ਅਰਜਨ ਸਾਹਿਬ ਦੇ ਬਚਨ ਹੈ ਸੋ ਮੁਖ ਕਹੋ ਜੋ ਕਹੇ ਗੁਰ ਜੋਨੀ। ਗੁਰੂ ਜੋਨ 'ਚ ਨਹੀਂ ਆਉਂਦਾ ਗੁਰੂ ਜਨਮ ਨਹੀਂ ਲੈਂਦਾ ਗੁਰੂ ਮਰਦਾ ਨਹੀਂ ਗੁਰੂ ਵੱਧਦਾ ਘਟਦਾ ਨਹੀਂ। ਦੁਨੀਆ ਦੀ ਮਰਜ਼ਾਦਾ ਨੂੰ ਕਾਇਮ ਰੱਖਿਆ ਕਿ ਮਾਤ ਪਿਤਾ ਬਿਨ ਬਾਲ ਨਾ ਹੋਈ। ਇਹਨੂੰ ਪਿਤਾ ਬਣਾਉਣਾ ਕਲਿਆਣ ਚੰਦ ਨੂੰ ਇਸ ਪ੍ਰਕਾਰ ਬੇਦੀਆਂ ਦੇ ਕੋਲ ਵਿੱਚ ਨਾਮ ਰੋਸ਼ਨ ਕਰਨਾ ਹੈ। ਰੋਜ਼ ਸੱਚੇ ਪਾਤਸ਼ਾਹ ਪ੍ਰਗਟ ਹੋਏ ਸੀ। ਫਿਰ ਸਮੇਂ ਬਾਅਦ ਗੁਰੂ ਨਾਨਕ ਪਾਤਸ਼ਾਹ ਦਾ ਛੋਟਾ ਪੁੱਤਰ ਵੱਡਾ ਸ੍ਰੀ ਚੰਦ ਦਾ ਛੋਟਾ ਲਖਮੀ ਦਾਸ ਉਸ ਦਾ ਵਿਵਾਹ ਵੀ ਇਸੇ ਸ਼ਹਿਰ ਵਿੱਚ ਹੋਇਆ ਹੈ। ਅਤੇ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਵੱਡਾ ਸਪੁੱਤਰ ਗੁਰੂ ਹਰਰਾਏ ਸਾਹਿਬ ਮਹਾਰਾਜ ਸਾਹਿਬ ਦਾ ਪਿਤਾ ਬਾਬਾ ਗੁਰਦਿੱਤਾ ਜੀ ਨੂੰ ਇੱਥੇ ਵਿਆਹੁਣੇ ਆਏ। ਅਤੇ 7ਵੇਂ ਪਾਤਸ਼ਾਹ ਦੇ ਨਾਨਕੇ ਹੈ
ਕਿੰਨੀ ਕੁ ਧਰਤੀ ਪਵਿੱਤਰ ਹੈ ਤੇ ਭਾਗਾਂ ਵਾਲੀ ਹੈ ਜੋ ਆਪ ਜੀ ਨੂੰ ਪ੍ਰਾਪਤ ਹੋ ਰਹੀ ਹੈ। ਉਸ ਗੁਰੂ ਦੇ ਗੁਰਪੁਰਬ ਨੂੰ ਮੱਦੇ ਰੱਖਦਿਆਂ ਪ੍ਰਬੰਧਕਾਂ ਸੰਗਤਾਂ ਵੱਲੋਂ ਮਿਲ ਕੇ ਜੋ ਬਾਣੀ ਦਾ ਸਹਿਜ ਪਾਠ ਰੱਖਿਆ ਸੀ, ਅਖੰਡ ਪਾਠ ਜਾਂ ਸਹਿਜ ਪਾਠ ਦੇ ਮਹਾਤਮ ਵਿੱਚ ਫਰਕ ਨਹੀਂ ਸਮਝਣਾ, ਇਹ ਮਹਾਤਮਾ ਤੋਂ ਸੁਣਿਆ ਹੈ। ਉਹ ਬਾਣੀ ਅੱਜ ਮੱਧ ਵਿੱਚ ਆਈ ਹੈ। ਆਦ ਮੱਧ ਔਰ ਅੰਤ ਪਰਮੇਸ਼ਰ ਰੱਖਿਆ, ਸਦਾ ਹੀ ਸਵਸਤ ਵਿਵਸਥਾ ਹਰ ਕੀ ਸੇਵਾ, ਮੱਧ ਅੰਤ ਪ੍ਰਭ ਜਾਪਣ। ਇਸ ਪ੍ਰਕਾਰ ਕਰਤੇ ਪੁਰਖ ਦੀ ਕਿਰਪਾ ਨਾਲ ਥੋੜ੍ਹੇ ਦਿਨਾਂ 'ਚ ਹੀ ਆਪ ਜੀ ਮੱਧ ਵਿੱਚ ਪਹੁੰਚੇ ਹੋ ਅਤੇ ਅੰਤ ਤੱਕ ਪਾਠ ਮਿਲ ਕੇ ਕਰਨਾ ਹੈ। ਮਹਾਰਾਜ ਸਾਹਿਬ ਕਿਰਪਾ ਕਰਨ, ਆਪ ਹੀ ਆਪਣੇ ਪਿਆਰਿਆਂ ਪਾਸੋਂ ਸੇਵਾ ਲੈ ਰਹੇ ਹਨ ਤੇ ਸਾਰਿਆਂ ਨੂੰ ਮਿਲ ਕੇ ਸੇਵਾ ਕਰਨੀ ਚਾਹੀਦੀ ਹੈ। ਭਾਈ ਗੁਰਦਾਸ ਜੀ ਲਿਖ ਕੇ ਦੇ ਗਏ, ਬਲਿਹਾਰੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਉਹਨਾਂ ਤੋਂ ਬਲਿਹਾਰ ਜਾਈਏ, ਗੁਰੂ ਕੇ ਪੁਰਬ ਮਨਾਉਂਦੇ ਨੇ, ਨਹੀਂ ਤਾਂ ਇਤਿਹਾਸ ਭੁੱਲ ਜਾਵਾਂਗੇ, ਕੁਰਬਾਨੀਆਂ ਭੁੱਲ ਜਾਵਾਂਗੇ, ਜੀਵਨ ਪਿੱਛੇ ਪੈ ਜਾਊ। ਇਹ ਜਿਹੜਾ ਇਤਿਹਾਸ ਹੈ ਅਤੇ ਗੁਰਬਾਣੀ ਅਤੇ ਵਿਚਾਰ ਹੈ, ਇਹ ਨਿਸ਼ਾਨ ਸਾਹਿਬ ਦੀ ਤਰ੍ਹਾਂ ਹੈ, ਸਦਾ ਹੀ ਝੁੱਲਦਾ ਰਹਿਣਾ ਹੈ। ਇਸ ਪ੍ਰਕਾਰ ਤੇ ਜਿਵੇਂ ਕੈਨੇਡਾ ਵਾਸੀ ਵੀਰਾਂ ਦਾ ਯਤਨ ਅਤੇ ਭਾਈ ਪ੍ਰੀਤ ਸਟੋਡੀਆ ਵਾਲਾ ਹਰਵਿੰਦਰ ਸਿੰਘ ਕੈਮਰੇ 'ਚ ਕੈਦ ਕਰੀ ਜਾਂਦਾ ਹੈ, ਦਾਸ ਨੂੰ ਵੀ ਅਤੇ ਤੁਹਾਨੂੰ ਸਾਰਿਆਂ ਨੂੰ ਅਤੇ ਲਫ਼ਜ਼ਾਂ ਨੂੰ। ਇਹ ਦੇਸਾਂ ਪ੍ਰਦੇਸਾਂ ਵਿੱਚ ਸਾਰੀ ਥਾਈਂ ਸਿੱਖ ਸੰਗਤਾਂ ਆਨੰਦ ਮਾਣਨਗੀਆਂ। ਭਾਗਾਂ ਵਾਲੇ ਆਤਮਾ ਅਤੇ ਬਹੁਤਿਆਂ ਦਾ ਸਮਾਂ ਉਤਰਾ ਹੀ ਲੰਘੀ ਜਾਊ। ਮੇਰੇ ਵਰਗਿਆਂ ਦਾ ਕਹਿੰਦਿਆਂ ਸੁਣਦਿਆਂ ਦਾ ਵੀ ਸਾਚਾ ਸਤਿਗੁਰੂ ਕਿਆ ਕਰੇ, ਜੋ ਸਿੱਖਾਂ ਮੈਂ ਚੂਕ ਅੰਧੇ ਏਕ ਨਾ ਲੱਗਈ, ਜੋ ਬਾਂਸ ਵਜਾਈਏ ਫੂਕ। ਚੂਕ ਨਾ ਮੈਂ ਭੁੱਲਦਾ, ਭੁੱਲ ਕਿਹਦੇ ਵਿੱਚ ਹੈ? ਗੁਰੂ 'ਚ ਨਹੀਂ, ਸਾਡੇ ਵਿੱਚ, ਕਹਿਣ ਵਾਲਿਆਂ 'ਚ ਅਤੇ ਸਰੋਤਿਆਂ ਵਿੱਚ। ਸਤਿਗੁਰੂ ਕਿਰਪਾ ਕਰਨ, ਤਰਸ ਕਰਨ ਅਤੇ ਗੁਰੂ ਕਾ ਸ਼ੁਭ ਉਪਦੇਸ਼ ਸਾਡੇ ਹਿਰਦੇ ਵਿੱਚ ਵਸਾਏ। ਆਰੰਭਤਾ ਕੀਤੀ ਸੀ ਸਾਹਿਬਾਂ ਦੇ 9ਵੇਂ ਸ਼ਲੋਕਾਂ ਦੇ, ਪਾਤਸ਼ਾਹ ਦੇ ਸ਼ਲੋਕਾਂ ਦੇ ਪਾਠ ਦੀ। ਪਹਿਲੀ ਕਥਾ ਉਥਾਨਕਾ ਬੜੀ ਲੰਬੀ ਸੀ, ਥੋੜ੍ਹੇ ਅੱਖਰਾਂ 'ਚ ਬੇਨਤੀ ਕੀਤੀ ਸੀ ਅਤੇ ਦੂਸਰਾ ਪਾਠ ਆਰੰਭ ਹੋਇਆ। ਮੰਗਲਾ ਚਰਨ ਜੋ 522 ਵਾਰੀ ਆਰੰਭ ਤੋਂ ਲੈ ਕੇ ਤੇ ਰਾਗਮਾਲਾ ਤੱਕ ਤੇ ਭਗਤਾਂ ਦੀ ਬਾਣੀ ਵਿੱਚ ਵੀ ਬੇਅੰਤ ਥਾਈਂ ਆਉਂਦਾ ਹੈ। ਇਹ ਭਗਤਾਂ ਨਹੀਂ ਉਚਾਰਿਆ, ਇਹ ਗੁਰੂ ਅਰਜਨ ਸਾਹਿਬ ਜੀ ਨੇ ਉਚਾਰਿਆ। ਅਤੇ ਤਾਂ ਭਗਤ ਬਾਣੀ ਵੀ ਗੁਰਬਾਣੀ ਤਾਂ ਹੀ ਬਣੀ ਹੈ ਜੋ ਗੁਰੂ ਅਰਜਨ ਸਾਹਿਬ ਦੀ ਰਸਨਾ ਤੋਂ ਨਿਕਲੀ। ਭੱਟਾਂ ਦੇ ਸਵਈਏ ਗੁਰਬਾਣੀ ਤਾਂ ਹੀ ਬਣੀ ਹੈ ਜੇ ਗੁਰੂ ਅਰਜਨ ਸਾਹਿਬ ਜੀ ਨੇ ਆਪ ਉਹਨਾਂ ਨੂੰ ਬਾਹੋਂ ਫੜ ਕੇ ਰਾਹੇ ਪਾਇਆ ਅਤੇ ਕੋਲ ਬਹਿ ਕੇ ਸੁਣੀ ਅਤੇ ਲਿਖਵਾਈ ਭਾਈ ਗੁਰਦਾਸ ਜੀ ਪਾਸੋਂ। ਫਿਰ 10ਵੇਂ ਪਾਤਸ਼ਾਹ ਉਚਾਰੀ ਅਤੇ ਲਿਖਵਾਈ, ਕਥਾ ਕੀਤੀ। ਉਹਦੀ ਵਿਚਾਰ ਥੋੜ੍ਹੀ ਜਿਹੀ ਲੰਬੇਰੀ ਹੋ ਗਈ ਸੀ। ਇਸ ਪ੍ਰਕਾਰ ਤੇ ਫਿਰ ਬਖਤੇ ਕਿੰਨੀ ਤਰ੍ਹਾਂ ਦੇ ਅਤੇ ਸਰੋਤੇ ਕਿੰਨੀ ਤਰ੍ਹਾਂ ਦੇ ਹੈ। ਇਸ ਸੰਬੰਧ ਵਿੱਚ ਕੁਝ ਬੇਨਤੀਆਂ ਕੀਤੀਆਂ ਸਨ ਅਤੇ ਇੱਕ ਸ਼ਲੋਕ ਦੀ ਵਿਚਾਰ ਕਰਕੇ ਸਮੇਂ ਨੇ ਆਗਿਆ ਨਹੀਂ ਦਿੱਤੀ। ਅਤੇ ਕੱਲ੍ਹ ਦਾ ਦੀਵਾਨ ਮਹਾਰਾਜ ਸਾਹਿਬ ਨੂੰ ਜਿਵੇਂ ਭਾਇਆ, ਕਿਉਂਕਿ ਧੰਨ ਧੰਨ ਗੁਰੂ ਹਰਿਕ੍ਰਿਸ਼ਨ ਅਠੇ ਸਰੂਪ ਮਹਾਰਾਜ ਸਾਹਿਬ ਗੁਰੂ ਨਾਨਕ ਦੀ ਜੋਤ ਜੋਤੀ ਜੋਤ ਸਮਾਈ ਦਿੱਲੀ ਵਿਖੇ ਉਹ ਦਿਹਾੜਾ ਸੀ। ਅਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਨ੍ਹਾਂ ਨੂੰ ਅਵਤਾਰ ਹੋਣ ਤੋਂ ਹੀ ਵਾਰ ਮਿਲ ਗਿਆ ਸੀ। 5 ਸੁੱਤ ਮੈਂ ਇਹ ਗੁਰ ਹੋਵੇ, ਦੀਨ ਰਖ ਕਰ ਸੰਕਟ ਖੋਵੇ, ਇਸ ਕੇ ਧਨੀ ਤੇਗ ਬਜਾਵੇ, ਤੇਗ ਬਹਾਦਰ ਵੱਡੋ ਕਹਾਵੇ। ਅਜੇ ਜਨਮੀ ਅਵਤਾਰ ਹੀ ਹੋਇਆ ਹੈ। 6ਵੇਂ ਪਾਤਸ਼ਾਹ ਨੇ ਪੁੱਤਰ ਨੂੰ ਮੱਥਾ ਟੇਕਤਾ ਅਤੇ ਵਰ ਦੇ ਦਿੱਤਾ, ਉਦੋਂ ਗੁਰੂ ਬਣਾਤਾ ਸੀ। ਅਤੇ ਸਿਆਣੇ ਹੋਣ ਤੋਂ ਗੁਰਤਾ ਗੱਦੀ ਫਿਰ ਪੋਤਰੇ ਹਰ ਰਾਏ ਸਾਹਿਬ ਨੂੰ ਦਿੱਤੀ। ਫਿਰ ਆਪਣੇ ਮਹਿਲ ਨਾਨਕੀ ਦੇ ਮੰਗ ਕਰਨ ਤੋਂ ਜਾ ਤੇਰਾ ਪੁੱਤਰ 9ਵੇਂ ਥਾਂ ਗੁਰੂ ਬਣਨਾ ਹੈ, ਨਿਸ਼ਾਨੀ ਦੇ ਦਿੱਤੀ। ਸੁਰਮਾਲ ਆਪਦੇ ਹੱਥ ਦਾ ਅਤੇ ਉਹ ਗੁਰੂ ਬਣ ਗਏ। ਕੱਲ੍ਹ ਦਾ ਦਿਹਾੜਾ ਸੀ, ਉਸ ਸੰਬੰਧ 'ਚ ਬੋਲਣਾ ਜ਼ਰੂਰੀ ਬਣਿਆ ਆਉਂਦਾ ਸੀ ਕੁਝ ਨਾ ਕੁਝ, ਤਾਂ ਕਰਕੇ ਬਹੁਤਾ ਨਹੀਂ ਅਤੇ 2 ਸ਼ਲੋਕਾਂ ਦੀ ਲੜੀਵਾਰ ਹੋਣ ਕਰਕੇ ਵਿਚਾਰ ਕੀਤੀ ਸੀ। 3 ਅਤੇ ਚੌਥੇ ਸ਼ਲੋਕ ਦਾ ਪਾਠ ਆਪ ਜੀ ਨੇ ਅੱਜ ਸਰਵਣ ਕੀਤਾ ਹੈ। ਮਹਾਰਾਜ ਸਾਹਿਬ ਰਸਨਾ 'ਤੇ ਬੈਠ ਕੇ ਤਰਸ ਕਰਕੇ ਕਿਰਪਾ ਕਰਕੇ ਆਪਣੀਆਂ ਪਿਆਰੀਆਂ ਸੰਗਤਾਂ ਨੂੰ ਆਪ ਹੀ ਸਿੱਖਿਆ ਦੇ ਰਹੇ ਹਨ। ਅੱਜ ਦੇ ਸ਼ਲੋਕ 'ਚ ਕੀ ਕਹਿੰਦੇ? ਜੀਵ ਬਿਰਧ ਭਇਓ। ਬਿਰਧ ਤਾਂ ਪਸ਼ੂ ਵੀ ਹੋ ਜਾਂਦਾ, ਬਿਰਧ ਤਾਂ ਜਾਨਵਰ ਵੀ ਹੋ ਜਾਂਦਾ, ਬਿਰਧ ਤਾਂ ਲੱਕੜੀਆਂ ਆਦਿਕ ਹੋਰ ਵਸਤੂਆਂ ਵੀ ਦੁਨੀਆਂ ਦੇ ਹੋ ਜਾਂਦੀਆਂ। ਇੱਕ ਸਾਹਿਬ ਨਿਰੰਕਾਰ ਹੈ ਜਿਹੜਾ ਬਿਰਧ ਨਹੀਂ ਹੁੰਦਾ, ਜਿਹੜਾ ਪੁਰਾਣਾ ਨਹੀਂ ਹੁੰਦਾ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ, ਸਦਾ ਨਵਾਂ ਰਹਿੰਦਾ ਹੈ। ਉਹਦੀਆਂ ਬਾਣੀਆਂ ਕਹਾਣੀਆਂ ਸਦਾ ਹੀ ਨਵੀਆਂ ਰਹਿੰਦੀਆਂ ਹੈ। ਨਿਤਨੇਮ ਰੋਜ਼ ਕਰੋ ਪੁਰਾਣਾ ਹੋ ਜਾਓ, ਕੀਰਤਨ ਰੋਜ਼ ਕਰੋ ਪੁਰਾਣਾ ਹੋ ਜਾਓ, ਨਹੀਂ ਕਦੇ ਵੀ ਨਹੀਂ, ਸਦਾ ਨਵਾਂ।
ਨਵਾਂ ਸਰੂਰ, ਨਵੀਂ ਸ਼ਕਤੀ। ਸੋ ਨਵੀਂ ਬਖਸ਼ਾ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਹੈ। ਬਾਕੀ ਦੁਨੀਆ ਦੀਆਂ ਬਬਾਣੀਆਂ ਕਹਾਣੀਆਂ ਕਿੰਨੀਆਂ ਵੀ ਚੰਗੀਆਂ ਹੋਣ, ਉਹ ਰੋਜ਼ ਕਹਿਣ ਨੂੰ ਤੇ ਸੁਣਨ ਨੂੰ ਜੀ ਨਹੀਂ ਕਰਦਾ, ਮਨ ਅੱਕ ਜਾਂਦਾ ਹੈ। ਬਾਣੀ ਹੈ, ਨਾਮ ਹੀ ਹੈ। ਜਿੰਨਾ ਵੱਧ ਤੋਂ ਵੱਧ ਜਪ ਲੋਗੇ, ਜਿੰਨਾ ਪੁਰਾਣਾ ਹੋ ਜੂ ਓਨਾ ਨਵਾਂ ਹੁੰਦਾ ਜਾਊ, ਵੱਧ ਸ਼ਕਤੀ ਪ੍ਰਾਪਤ ਹੁੰਦੀ ਜਾਊ। ਇਸ ਪ੍ਰਕਾਰ ਇਹ ਨਹੀਂ ਕਿ ਲੋੜ ਨੂੰ ਹੁਣ ਗੁਟਕਾ ਲੈ ਲਓ ਜਾਂ ਪੜ੍ਹ ਲਓ। ਸਦੀਵੀ ਉੱਠਦੇ ਬਹਿੰਦੇ ਸੌਂਦੇ ਵਿਚਰਦੇ ਸੁੱਤੇ ਪਏ ਵੀ ਬੈਖਰੀ ਮਧਮਾ ਪਰਾ ਬਸੰਤੀ ਦੁਆਰਾ ਬਾਣੀ ਪੜ੍ਹੋ ਜਾਂ ਸਿਮਰਨ ਕਰੋ। ਮਨੁੱਖ ਜਾਤੀ ਦਾ ਇਹੀ ਲਾਹਾ ਹੈ, ਹੋਰ ਕੋਈ ਨਹੀਂ। ਬਾਕੀ ਦਾ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਖਸਮ ਸਾਰ ਖੁਆਰੀ ਕੀਨੀ, ਧਿਰਗ ਜੀਵਨ ਨਹੀਂ ਰਹਿਣਾ, ਇਹਨੂੰ ਧਿਰਕਾਰ ਪਾਈਏ, ਲਾਂਤ ਪ੍ਰਕਾਰ ਪਾਈਏ। ਹਜ਼ੂਰ ਦੇ ਪਿੱਛੇ ਵੀ ਬਚਨ ਆਏ ਤੇ ਹੁਣ ਵੀ ਬਿਰਧ ਭਇਓ। ਐ ਮਨੁੱਖ ਜਾਤੀ ਸਰੀਰ, ਬਾਲਕ ਅਵਸਥਾ ਤੋਂ ਫਿਰ ਤੂੰ ਜਵਾਨ ਹੋਇਆ, ਫਿਰ ਪ੍ਰੌਢੀ ਅਵਸਥਾ ਆਈ ਹੈ, ਹੁਣ ਬਿਰਧ ਹੋ ਗਿਆ। ਕਿਉਂਕਿ 3 ਅਵਸਥਾ ਹੀ ਮੰਨੀ ਹੈ ਤੇ ਤੈਨੂੰ ਸੁੱਝਦਾ ਕੁਛ ਨਹੀਂ, ਅਜੇ ਗਿਆਨ ਕੋਈ ਨਹੀਂ ਹੋਇਆ। ਸੋ ਕਾਲ ਪਹੁੰਚਿਓ ਹਾਹੀ ਨੂੰ 2 ਔਂਕੜ ਨੇ, ਤਾਂ ਆਪਾਂ ਪਹੁੰਚੀ ਹੋਏ ਕੀ ਕਹਿ ਜਾਈਏ, ਫਿਰ ਰਹਿ ਜਾਊ ਨਾ। ਫਿਰ ਅਰਦਾਸ ਕਰਾਂਗੇ, ਮਹਾਰਾਜ ਲਗ ਮਾਤਰ ਵਾਧਾ ਘਾਟਾ ਮਾਫ ਕਰਿਓ। ਭਈ ਸੁਤੇ ਰਹਿ ਜੇ, ਨਾ ਗਿਆਨ ਤੋਂ ਵਾਧੂ ਗੱਲ ਹੋਵੇ ਤੇ ਵੱਖਰੀ ਗੱਲ ਹੈ। ਸੁੱਧ ਪੜ੍ਹਨ ਦਾ ਤੇ ਉਚਾਰਨ ਦਾ ਯਤਨ ਕਰਨਾ ਚਾਹੀਦਾ ਹੈ। ਪਹੁੰਚ ਗਿਆ ਕਾਲ ਤੇਰੇ ਨੇੜੇ, ਹੁਣ ਦੂਰ ਨਹੀਂ। ਸੋ ਇਸ ਪ੍ਰਕਾਰ ਦੂੜਾ ਆਇਓ ਹੋ ਜਮਹਿ ਤਣਾ, ਤਿਸ ਅੱਗ ਲੜੇ ਮੈਂ ਰਹਿਣ ਨਾ ਜਾਈ। ਦੂੜਾ ਕਿਸ ਨੂੰ ਕਹਿੰਦੇ ਨੇ? ਸਭ ਤੋਂ ਪਹਿਲਾਂ ਜਿਹੜੇ ਕੰਨ ਦੇ ਕੋਲ ਵਾਲ ਚਿੱਟੇ ਹੁੰਦੇ ਉਹਨੂੰ ਦੂੜਾ ਕਹਿੰਦੇ ਆ। ਇਹ ਜ਼ਿੰਦਗੀ ਵਿੱਚ ਮੀਲ ਪੰਧ ਦੇ ਵਿੱਚ ਮੀਲ ਨੇ, ਦੱਸਦੇ ਨੇ ਤੈਨੂੰ। ਹੌਲੀ ਹੌਲੀ ਸਰੀਰ ਪਿੱਛੇ ਨੂੰ ਪਈ ਜਾਂਦਾ ਹੈ। ਹੁਣ ਕਾਲ ਨੇੜੇ ਆਈ ਜਾਂਦਾ, ਜਿਹੜਾ ਕਿਸੇ ਨੂੰ ਨਹੀਂ ਛੱਡਦਾ ਤੈਨੂੰ ਵੀ ਨਹੀਂ ਛੱਡੂ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਾਲ ਬਿਆਲਿਓ ਪਰਿਓ ਡੋਲੇ, ਮੁਖ ਪਸਾਰੇ ਮੀਤ। ਆਜ ਕਾਲ ਫੁਨ ਤੋਹੇ ਗ੍ਰਸ ਹੈ, ਸਮਝ ਰੱਖੋ ਹੋ ਚੀਤ। ਸੁਥਰਾ ਜੀ ਮਹਾਤਮਾ 6ਵੇਂ ਪਾਤਸ਼ਾਹ ਵੇਲੇ ਕੁੱਤੀ ਦੇ ਕਤੂਰਿਆਂ ਵਿੱਚ ਸੀ, ਕੋਈ ਸੁੱਟ ਗਿਆ। ਉਸਨੇ ਆਪਣਾ ਬੱਚਾ ਸਮਝ ਕੇ ਦੁੱਧ ਝੰਗਾ ਕੇ ਪਾਲਿਆ ਤੇ ਉੱਥੋਂ ਹੀ ਪਕੜ ਲਿਆ। ਗੁਰੂ ਦੇ ਕਹਿਣ ਤੋਂ ਸੁਥਰਾ ਕਰੋ, ਸੁਥਰਾ ਨਾ ਪੈ ਗਿਆ। ਬੜੀਆਂ ਉਹਦੀਆਂ ਬਬਾਣੀਆਂ ਕਹਾਣੀਆਂ ਹਾਸ ਰਸ ਦੇ ਮੁੱਖ ਰਸ ਵਿੱਚ ਵੀ 10ਵੇਂ ਪਾਤਸ਼ਾਹ ਤੱਕ ਉਸ ਦਾ ਸਰੀਰ ਰਿਹਾ ਹੈ। ਉਹ ਢੰਗ ਇਹੋ ਜਿਹਾ ਵਰਤਦਾ ਸੀ ਲੋਕਾਂ ਨੂੰ ਸਮਝਾਉਣ ਲਈ। ਕਿਹੋ ਜਿਹਾ? ਜਿੱਥੇ ਚਰਸਤਾ ਵਗਦਾ ਹੈ ਉੱਥੇ ਬਹਿ ਗਿਆ ਤੇ ਤਵਾ ਪਰਾਤ ਚੁੱਲ੍ਹਾ ਬਣਾ ਲਿਆ ਤੇ ਰੋਟੀ ਪਕਾਉਣ ਲੱਗਾ ਹੈ। ਇੱਕ ਪਕਾਈ ਹੈ ਤੇ ਉਹਨੂੰ ਖਾਣ ਲੱਗ ਗਿਆ, ਦੂਜੀ ਫੇਰ ਪਕਾਈ। ਉਹਨੂੰ ਖਾਣ ਲੱਗਿਆ, ਤੀਜੀ ਫੇਰ ਪਕਾਈ। ਉਹਦੇ ਕੌਤਕ ਵੇਖ ਵੇਖ ਲੰਘਣ ਵਾਲੇ ਲੋਕ 4 ਸਵੇਰੋਂ ਇਕੱਠੇ ਹੁੰਦੇ ਹੋ ਗਏ। ਇੱਕ ਨੇ ਕਹਿ ਦਿੱਤਾ, ਸੁਥਰਿਆ ਤੂੰ ਤਾਂ ਸਿਦਕਿਆਂ ਵਾਲਾ ਕੰਮ ਕਰਦਾ ਹੈ, ਪਹਿਲੋਂ ਪਕਾ ਲਾ ਫਿਰ ਬਹਿ ਕੇ ਸਬਰ ਨਾਲ ਇੱਕ ਪਾਸੇ ਖਾ ਲਈ, ਇੱਦਾਂ ਕਿਉਂ ਕਰਦਾ ਹੈ? ਕਹਿੰਦਾ ਤੈਨੂੰ ਕੀ ਪਤਾ ਹੈ, ਹੱਥ ਦੀ ਹੱਥ ਵਿੱਚ ਰਹਿ ਜੇ ਮੂੰਹ ਵਿੱਚ ਰਹੇ ਗਰਾਹਾ, ਲੱਖ ਲਾਂਤ ਤੇਰੇ ਸੁਥਰਿਆ ਜੇ ਦਮ ਦਾ ਕਰੇ ਵਿਸਾਹਾ। ਇੰਨੀ ਟਿਕਾ ਕੇ ਚੋਟ ਮਾਰੀ ਸੀ, ਮੈਂ ਪਕਾਉਂਦਾ ਰਹਿ ਜਾ, ਹੱਥ ਦੀ ਹੱਥ ਵੀ ਰਹਿ ਜੇ, ਬੁਰਕੀ ਮੂੰਹ 'ਚ ਹੀ ਰਹਿ ਜਾਂਦੇ, ਨੰਗੇ ਕਿ ਨਾ। ਇਸ ਪ੍ਰਕਾਰ ਸਾਡੀ ਹਾਲਾਤ ਕਿੱਥੇ ਹੈ, ਸਾਡੀ ਸੁਰਤੀ ਕਿੱਥੇ ਹੈ? ਧੰਨ ਗੁਰੂ ਨਾਨਕ ਪਾਤਸ਼ਾਹ ਹਮ ਆਦਮੀ ਹਾਂ ਇੱਕ ਦਮੀ। ਆਦਮੀ ਨਾ ਹੀ ਦਾਮੇ ਆਉਣ ਨਾਲ, ਸਵਾਸ ਆਉਣ ਨਾਲ ਕਹਿੰਦੇ ਹਮ ਆਦਮੀ ਇੱਕ ਦਮੀ, ਮੋਹਲਤ ਮੋਹਤ ਨ ਜਾਣਾ। ਨਾਨਕ ਬਿਨ ਵੈ ਤਿਸੇ ਸਿਰੇ ਉਹ ਜਾ ਕੇ ਜੀ ਪ੍ਰਾਣਾ। ਕੋਈ ਮੋਹਲਤ ਨਹੀਂ, ਕੋਈ ਮਰਿਆਦ ਨਹੀਂ, ਤੇ ਦਮ ਆਉਂਦਾ ਨਾ ਆਇਆ ਤੇ ਬਸ ਢਹਿ ਢੇਰੀ ਤਨ ਖੇਹ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਲਿਖਦੇ ਨੇ, ਸਵਾਸ ਸਵਾਸ ਨਾਮ ਜਪ, ਬਿਰਥਾ ਸਾਸ ਮਤ ਖੋਏ। ਕਿਆ ਜਾਣਾ ਕਿ ਅੰਤ ਮੈਂ ਇਹੀ ਸਵਾਸ ਮਤ ਹੋਏ। ਜਿਹੜਾ ਤੇਰੇ ਮੂੰਹ ਵਿੱਚ ਮੁਖ ਤੋਂ ਬਾਹਰ ਨਿਕਲਿਆ ਹੈ, ਕੀ ਪਤਾ ਕਿਤੇ ਆਖਰੀ ਨਾ ਹੋਵੇ ਨੇ ਵਾਪਸ ਮੁੜਨਾ ਕਿ ਨਹੀਂ। ਇਸ ਪ੍ਰਕਾਰ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਤੇਰੀ ਬਾਰਕ ਅਵਸਥਾ ਲੰਘੀ ਹੈ, 10 ਬਲਤਣ 20 ਰਵਣ, 30 ਕਾ ਸੁੰਦਰ ਕਹਾਵੈ। 40 ਸੀ ਪੁਰ ਹੋਏ, 85 ਪੱਖ ਹਿੱਸੇ, 60 ਕੇ ਬਡੇਪਾ ਆਵੈ। 70 ਕਾ ਮਤਹੀਣ, 80 ਕਾ ਵਿਵਹਾਰ ਨਾ ਪਾਵੈ। 90 ਕਾ ਸੇ ਜਾਸਣੀ, ਮੂਲ ਨ ਜਾਣੇ ਆਪ ਬਲ। ਢੰਡੋਲਮ ਢੂੰਡਮ ਦੇਖ ਮੈਂ, ਨਾਨ ਜਗ ਧੂਮੇ ਕਾ ਧੌਲ ਹਰ।
ਸਰਫੈ ਸਰਫੈ ਸਦਾ ਸਦਾ। ਇਵੇਂ ਗਈ ਵਿਹਾਏ ਤੇਰੀ ਆਜੂ ਲੰਘਦੀ ਜਾਂਦੀ ਹੈ, ਤੈਨੂੰ ਭੁਲੇਖਾ ਹੈ। ਸੋ ਉਸ ਕਰਤੇ ਪੁਰਖ ਨੂੰ, ਪਰਮੇਸ਼ਰ ਨੂੰ ਯਾਦ ਕਰ ਲਾ। ਜਿਹੜੀ ਘੜੀ ਪਿੱਛੇ ਨੂੰ ਭਾਵ ਨਹੀਂ ਇਹਨੇ ਜਾਣਾ, ਅੱਗੇ ਜਾਣਾ, ਸਵਾਸਾਂ ਨੇ ਅੱਗੇ ਜਾਣਾ ਹੈ। ਇਸ ਪ੍ਰਕਾਰ ਹਉਮੈ ਸੋ ਤੇ ਫਸੀ ਹੋਇਆ ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ। ਹੁਕਮ ਪਿਆ ਗਰਭਾਸ ਮਜਾਰਿਆ ਮਿੱਤਰਾ, ਗਰਭਵਾਸ ਤੇਰਾ ਵਾਸਾ ਫਿਰ ਹੋ ਜੋ। ਕਬੀਰ ਜੀ ਕਹਿੰਦੇ ਇੱਕ ਦੁੱਖ ਰਾਮ ਰਾਏ ਕੱਟ ਹੋ ਮੇਰਾ, ਅਗਨ ਦਹੇ ਔਰ ਗਰਭ ਬਸੇਰਾ। ਮਾਤਾ ਦੇ ਗਰਭ 'ਚ ਆਉਣਾ ਤੇ ਜਨਮ ਹੋਣਾ ਕੋਈ ਸੌਖੀ ਗੱਲ ਨਹੀਂ, ਬੜੀ ਔਖੀ ਹੈ। ਭਿਆਨਕ ਬਿਮਾਰੀ ਤੋਂ ਕੋਈ ਨਿਕਲ ਆਵੇ ਤਾਂ ਕਹਿੰਦੇ ਇਹਦਾ ਤਾਂ ਨਵਾਂ ਜਨਮ ਹੋਇਆ। ਜਨਮ ਹੋਣਾ ਕੋਈ ਸੌਖੀ ਗੱਲ ਨਹੀਂ, ਤੇ ਕਿੰਨੀ ਵਾਰੀ ਜੰਮੇ ਹੈ। ਤੇ ਕਾਲ ਹੁਣ ਮੌਤ ਸਿਰ 'ਤੇ, ਜਿਹੜਾ ਜੰਮਿਆ ਨੂੰ ਮਰਨਾ ਪੈਣਾ ਹੈ। ਜੋ ਬਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ ਪੰਕਤੀਆਂ ਆਉਣਗੀਆਂ ਅੱਗੇ ਮਹਾਰਾਜ ਸਾਹਿਬ ਜੀ ਦੀਆਂ। ਹੁਣ ਬਿਰਧ ਹੋਣ ਤੋਂ ਅੱਖੀਂ ਅੰਧ ਨ ਦੇਸੀ ਵਣਜਾਰਿਆ ਮਿੱਤਰਾ, ਕੰਨੀ ਸੁਣੇ ਨਾ ਵੈਣ ਵੈਣ ਬਚਨ। ਸੋ ਕੰਨਾਂ 'ਚ ਸੁਣਦੇ ਨਹੀਂ, ਘੜੀ ਮੁੜੀ ਪੁੱਛਦਾ ਕੀ ਕਿਹਾ। ਤੇ ਜਿਹੜੀ ਆਵਾਜ਼ ਹੈ ਉਹ ਸਪਤ ਪਤਾਲ ਕੀ ਬਾਣੀ। ਸੋ ਧੀਮੀ ਇੰਨੀ ਹੋ ਜਾਂਦੀ ਹੈ, ਘੜੀ ਮੁੜੀ ਪੁੱਛਣਾ ਪੈਂਦਾ ਕੀ ਕਹਿੰਦਾ ਬਾਪੂ, ਇਹ ਮਾਤਾ ਕੀ ਕਹਿੰਦੀ ਹੈ। ਇਹੋ ਜਿਹੀ ਹਾਲਾਤ ਸਾਡੀ ਹੋ ਜਾਣੀ, ਇੱਥੇ ਪਹੁੰਚ ਗਏ। ਅੱਖੀਂ ਅੰਧ ਜੀਭ ਰਸ ਨਾਹੀਂ। ਸੋ ਇਸ ਪ੍ਰਕਾਰ ਦੀ ਹਾਲਾਤ ਤੇਰੀ ਹੋ ਗਈ, ਅੱਖਾਂ 'ਚ ਹਨੇਰਾ ਆ ਗਿਆ, ਜੀਭ ਰਸਵਾਰ ਰਸਾਂ ਤੋਂ ਰਹਿ ਗਈ ਹੈ। ਸੋ ਰਹੇ ਪਰਾ ਕਉ ਤਾਣਾ, ਪਰਾਏ ਵਸ ਹੋ ਗਏ। ਕੋਈ ਸੋਟੀ ਫੜ ਕੇ ਲੈ ਕੇ ਜਾਵੇ, ਕੋਈ ਬਾਂਹ ਫੜ ਕੇ ਲੈ ਕੇ ਜਾਵੇ, ਕੋਈ ਬੁਰਕੀ ਮੂੰਹ ਵਿੱਚ ਪਾਵੇ। ਰੱਬ ਦਾ ਨਾਮ ਅਜੇ ਵੀ ਨਹੀਂ ਤੈਨੂੰ ਚੇਤੇ ਯਾਦ, ਅਜੇ ਵੀ ਨਹੀਂ। ਇਹ ਉਪਦੇਸ਼ ਸਾਨੂੰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਰਹੇ ਨੇ। ਬੜਾ ਗਿਆਨ ਤੇ ਬੜਾ ਵਿਰਾਗ ਗੁਰੂ ਸਾਹਿਬਾਂ ਦੇ ਸਲੋਕਾਂ ਵਿੱਚ ਹੈ। ਇੱਕ ਵਾਰੀ ਭੈਣੀ ਨਗਰ ਵੀ ਸੰਗਤਾਂ ਨੇ ਮੰਗ ਕੀਤੀ ਸੀ ਕਿ ਸਲੋਕਾਂ ਦੀ ਕਥਾ ਸੁਣਾਓ ਫਿਰ 1 ਘੰਟੇ 'ਚ, ਇੱਕੇ ਦਿਨ 'ਚ, ਪਰ ਉਹਨਾਂ ਆਨੰਦ ਨਹੀਂ ਆਉਂਦਾ ਜਿੰਨਾ ਵਿਸਥਾਰ ਕਰਦੇ ਆਉਂਦਾ ਹੈ। ਅੱਗੇ ਵਿੱਚ ਇਤਿਹਾਸ ਦੀਆਂ ਪੰਕਤੀਆਂ ਆਉਣੀਆਂ ਤਾਂ ਆਸਰਾ ਲੈਣਾ ਪੈਂਦਾ ਕਿਸੇ ਨਾ ਕਿਸੇ ਗ੍ਰੰਥ ਦਾ, ਕਿੱਥੋਂ ਤੱਕ ਕੋਈ ਚਲਿਆ ਜਾਊ। ਇਸ ਪ੍ਰਕਾਰ ਆਪ ਜੀ ਕਹਿੰਦੇ ਮਤਹੀਣੀ ਹੋ ਜਾਊ, ਬਿਰਧ ਹੋ ਜਾਊ। ਕਹੋ ਨਾਨਕ ਨਰ ਬਾਬਰੇ, ਕਿਉਂ ਨਾ ਭਜੈ ਭਗਵਾਨ। ਬਾਬਰਾ ਸ਼ਬਦ ਪਿੱਛੇ ਵੀ ਆਇਆ, ਪਾਕਲ ਨੂੰ, ਝੱਲੇ ਨੂੰ, ਸ਼ਦਾਈ ਨੂੰ ਕਹਿੰਦੇ ਨੇ ਬਾਬਰ। ਸੋ ਨਰ ਬਾਬਰੇ ਬੌਰੇ ਪਾਕਲ, ਤੂੰ ਭਗਵਾਨ ਦਾ ਭਜਨ ਕਿਉਂ ਨਹੀਂ ਕਰਦਾ, ਉਸ ਰੱਬ ਨੂੰ ਚੇਤੇ ਕਿਉਂ ਨਹੀਂ ਕਰਦਾ, ਜਿਹੜਾ ਜੰਮਣ ਤੋਂ ਰਹਿਤ, ਮਰਨ ਤੋਂ ਰਹਿਤ, ਜੂਨਾਂ ਤੋਂ ਰਹਿਤ, ਵੈਰ ਤੋਂ ਰਹਿਤ, ਭੈ ਤੋਂ ਰਹਿਤ, ਸੁਤੇ ਪ੍ਰਕਾਸ਼, ਜਿਹਦੀ ਕਿਰਪਾ ਨਾਲ ਪੁੱਛਣ ਦੀ ਲੋੜ ਨਹੀਂ ਪੈਂਦੀ, ਪੜ੍ਹਨ ਦੀ ਲੋੜ ਨਹੀਂ ਪੈਂਦੀ, ਕੰਨ ਪਟਾਉਣ ਦੀ ਲੋੜ ਨਹੀਂ ਪੈਂਦੀ। ਤੁਰੋਂ ਹੀ ਸੁਤੇ ਸੇ ਦੀ ਸਾਰੀਆਂ ਪ੍ਰਾਪਤੀਆਂ ਭਗਤਾਂ ਨੂੰ ਕਿਨ ਪੜ੍ਹਾਇਆ, ਛੋਟੀਆਂ ਜਾਤਾਂ ਵਿੱਚ ਪ੍ਰਗਟ ਹੋਏ ਸੀ। ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਪੁੱਛੋ ਬਿਦਰਦਾਸੀ ਸੁਤੇ, ਕਿਸ਼ਨ ਉਤਰਿਆ ਘਰ ਜਿਸ ਜਾਏ। ਕਹੋ ਨਾਨਕ ਬਾਬਰੇ, ਕਹਿੰਦੇ ਹਾਂ ਅਸੀਂ ਨਾਨਕ। ਗੁਰੂ ਤੇਗ ਪਾਤਸ਼ਾਹ ਆਪਣੇ ਆਪ ਨੂੰ ਨਹੀਂ ਕਹਿੰਦੇ ਮੈਂ ਤੇਗ ਬਹਾਦਰ ਕਹਿਣਾ ਹੈ। ਸਾਡੇ ਵੱਡੇ ਗੁਰੂ ਸਤਿਗੁਰੂ ਨਾਨਕ ਉਹਦੀ ਗੱਦੀ ਹੈ, ਅਸੀਂ ਤਾਂ ਕੇਵਲ ਵਾਰਸੀ ਹਾਂ। ਉਹ ਤੈਨੂੰ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ, ਬੌਰੇ ਕਿਉਂ ਨਹੀਂ ਭਜਦਾ, ਕਿਉਂ ਨਹੀਂ ਸਿਮਰਨ ਕਰਦਾ। ਭਜਨ ਸਿਮਰਨ ਕਰ ਲੈ, ਇਹ ਤੇਰੀ ਅਵਸਰ, ਇਹ ਤੇਰੀ ਬਾਰ। ਘਟ ਭੀਤਰ ਤੂੰ ਦੇਖ ਵਿਚਾਰ, ਕਹਿਤ ਕਬੀਰ ਜੀਤ ਕੇ ਹਾਰ। ਬਹੁਵਿਧ ਕਹਿਓ ਪੁਕਾਰ ਪੁਕਾਰ, ਧਨ ਧਾਰਾ ਸੰਪਤ ਸਗਲ, ਜਿਨੇ ਆਪਣੀ ਕਰ ਮਾਨ। ਤੇਰਾ ਜ਼ੋਰ ਲੱਗੀ ਜਾਂਦਾ ਹੈ, ਸੋ ਇਕੱਠੀ ਕਰੀ ਜਾਵਾਂ ਧਨ ਦੌਲਤ। ਕੌਡੀ ਕੌਡੀ ਜੋਰ ਕੇ ਜੋਰੇ ਲੱਖ ਕਰੋੜ, ਚਲਤੀ ਵਾਰ ਨਾ ਕਛ ਮਿਲਿਓ, ਲਈ ਲੰਗੋਟੀ ਤੋਰ। ਬੜਾ ਸ਼ੋਮ ਸੀ, ਬੜੀਆਂ ਕੌਡੀਆਂ ਇਕੱਠੀਆਂ ਕੀਤੀਆਂ ਤੇ ਸ਼ੌਂਕ ਨਾਲ ਇੱਕ ਲੰਗੋਟੀ ਬਣਾ ਲਈ ਚਾਂਦੀ ਦੀ। ਚਾਂਦੀ ਮੜ ਕੇ ਉਹਦੇ ਉੱਪਰ ਲੰਗੋਟੀ ਲੱਕ ਦੀ, ਹੋਰ ਕੋਈ ਬਸਤਰ ਵੀ ਨਹੀਂ ਸੀ ਪਾਉਂਦਾ। ਬੜਾ ਵਿਆਜ ਜੇ ਜੀ ਲਾਲਾ ਧਨ ਇਕੱਠਾ ਕੀਤਾ। ਜਦੋਂ ਮਰ ਗਿਆ ਤੇ ਉਹਦੇ 4 ਪੁੱਤਰ ਸੀ, ਉਹਨਾਂ ਲੰਗੋਟੀ ਤੋੜ ਕੇ ਲੱਕੋਂ ਲਾਈ ਤੇ ਮਿਣ ਕੇ 4 ਹਿੱਸੇ ਕੀਤੇ। ਤਾਂ ਭਗਤ ਜੀ ਨੇ ਕਿਹਾ ਲੰਗੋਟੀ ਵੀ ਤੇਰੇ ਨਾਲ ਨਹੀਂ ਗਈ, ਸਰੀਰ ਨੇ ਤੇ ਜਾਣਾ ਹੀ ਨਹੀਂ ਸੀ, ਕੋਈ ਵਸਤੂ ਨਾਲ ਨਹੀਂ ਜਾਣੀ। ਜਦੋਂ ਨਿਕਸਿਓ ਫੂਕ ਹੋਏ ਗਿਓ ਸਵਾਹਾ, ਧਨ ਲੋਕਾਂ ਤਨ ਭਸਮੇ ਢੇਰੀ। ਤਨ ਸਰੀਰ ਸਵਾਦੀ ਢੇਰੀ, ਤੂੰ ਕਾਇਆ ਮੈਂ ਰੁਲਦੀ ਦੇਖੀ, ਜਿਉਂ ਤਰੁ ਪ੍ਰਸ਼ਾਰੂ। ਤੂੰ ਕਾਹੀਂ ਗਰਭ ਹੈ ਬਾਵਲੀ, ਜੈਸੇ ਭਾਦੋਂ ਖੂੰਗਰਾਜ, ਤੂੰ ਤਿਸਤੇ ਖਰੀ ਉਤਾਵਲੀ। ਇਤਿਹਾਸ ਦਾ ਬਚਨ ਕੋਈ ਝੂਠਾ ਹੋ ਸਕਦਾ
किस दी कविता कोई झूठी हो सकती है, गुरबाणी नूं कोई जम्मिया झूठी कह देवे ते किहदे वास्ते दे के लिख के साडे वास्ते। धन इकट्ठा कीता बहुत ज़्यादा, सो ओ तेरे नाल नहीं जाना। दारा इस्त्री बहुत प्यार है, सदा रहत तन लागी। जब ही हंस तजी काया, प्रेत प्रेत कर भागी। धन दारा संपत समगरी, जिन्नियां भी कोठियां जायदादां पलाट बैंकां होर जो भी कुछ है, सगल सारा ही जिन अपनी कर मान। इन्हां नूं अपनी अपनी करके मनी बैठा है। मेरी मेरी धारी, ओहा पैर लोहारी, लोहे दी बेड़ी तेरे अंतशकरण पैरां च पवेगी। तिन शरीर ने सथूल कार ते सुखन। इस प्रकार ਜਿਹੜਾ ਸਰੀਰ ਤੁਹਾਡਾ ਘਰੇ ਪਲੰਘੇ ਤੇ ਸੁੱਤਿਆਂ ਦੇਸਾਂ ਪ੍ਰਦੇਸਾਂ 'ਚ ਭੱਜਾ ਫਿਰਦਾ ਹੈ, ਡਰਦਾ ਵੀ ਹੈ, ਡਰਾਉਂਦਾ ਵੀ ਹੈ, ਹੱਸਦਾ ਵੀ ਹੈ ਤੇ ਕੁਝ ਕਰਦਾ ਕਰਾਉਂਦਾ ਵੀ ਹੈ, ਉਹ ਸਰੀਰ ਨੇ ਲੇਖਾ ਦੇਣਾ। ਤੂੰ ਧਨ ਨੂੰ ਆਪਣਾ ਸਮਝੀ ਬੈਠਾ ਹੈ, ਦਾਰਾ ਇਸਤਰੀ ਆਪਣੀ ਸਮਝੀ ਬੈਠਾ ਹੈ ਤਾਂ ਸਹੀ। ਅਰਧ ਸਰੀਰੀ ਮੋਖ ਦਵਾਰੀ ਗ੍ਰੰਥਾਂ 'ਚ ਲਿਖਿਆ, ਅੱਧਾ ਸਰੀਰ ਹਿੱਸਾ ਸਰੀਰ ਦਾ, ਕਿਉਂਕਿ ਕਰਮ ਸਾਂਝੇ ਹੁੰਦੇ ਨੇ, ਪਾਪ ਪੁੰਨ ਸਾਂਝੇ ਹੁੰਦੇ ਨੇ, ਨਰਕ ਸੁਰਗ ਸਾਂਝੇ ਹੁੰਦੇ ਨੇ। ਜਿੰਨੀ ਵੀ ਸੰਪਦਾ ਸਮਗਰੀ ਹੈ, ਜੇ ਆਪਣੀ ਕਰਕੇ ਮੰਨੀ ਬੈਠਾ ਹੈ, ਤੈਨੂੰ ਭੁਲੇਖਾ ਹੈ, ਇਹ ਕੁਛ ਵੀ ਤੇਰਾ ਨਹੀਂ। ਜਦੋਂ ਸਰੀਰ ਛੱਡ ਗਿਓ, ਧਨ ਲੋਕਾਂ ਨੇ ਲੈ ਲੈਣਾ ਹੈ ਤੇ ਤਨ ਸਰੀਰ ਸਵਾਹ ਬਣ ਜਾਣਾ, ਨਾਲ ਤੇਰੇ ਕੀ ਜਾਣਾ। ਇਸ ਕਰਕੇ ਉਪਜੀਵਕਾ ਚਲਾਉਣ ਲਈ ਜੋਗ ਜੋਗ ਤਾਂ ਉਦਮ ਕਰਨਾ ਚਾਹੀਦਾ ਹੈ। ਉਦਮ ਕਰੇਂਦਿਆਂ ਜੀਓ ਤੂੰ ਕਮਾਵਦਿਆਂ ਸੁਖ ਪੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲਣਾ ਕੁਤਰੀ ਚਿੰਦ। ਅੱਗੇ ਹਜ਼ੂਰ ਕਹਿੰਦੇ ਹੈ, ਇਨ ਮੈਂ ਕਛ ਸੰਗੀ ਨਹੀਂ, ਨਾਨਕ ਸਾਚੀ ਜਾਨ। ਸੱਚੀ ਕਰਕੇ ਜਾਣ ਸਾਡੀ ਗੱਲ, ਕੋਈ ਵੀ ਤੇਰਾ ਸੰਗੀ ਨਹੀਂ। ਪ੍ਰਵਾਹ ਕੀਤੀ ਹੈ ਆਨੰਦਪੁਰ ਛੱਡਣ ਲੱਗਿਆਂ, ਪ੍ਰਵਾਹ ਕੀਤੀ ਹੈ ਸਰੀਰ ਛੱਡਣ ਦੀ, ਪ੍ਰਭਤਾ ਵਡਿਆਈ ਦੀ ਪ੍ਰਵਾਹ ਕੀਤੀ ਕੋਈ? ਅਸਲੀ ਗੁਰੂ ਭੋਰੇ 'ਚ ਬੈਠਾ ਹੋਵੇ ਤੇ ਨਕਲੀ ਬਾਈ ਬੈਠੇ ਹੋਣ, ਪ੍ਰਵਾਹ ਕੀਤੀ ਹੈ? ਫਿਰ ਵੀ ਸਾਨੂੰ ਜ਼ਾਹਰ ਨਾ ਕਰੀ। ਐਡਾ ਵੱਡਾ ਤਿਆਗੀ, ਐਡਾ ਵੱਡਾ ਸੰਤ ਕੋ ਦੁਨੀਆ 'ਤੇ ਲੱਭ ਸਕਦਾ ਹੈ? ਫਿਰ ਆਪਾਂ ਭੁਲੇਖਿਆਂ 'ਚ ਪਈ ਜਾਂਦੇ ਤੇ ਦੂਰ ਕਿਵੇਂ ਹੋਣਗੇ। ਇਸ ਪ੍ਰਕਾਰ ਕੁਛ ਵੀ ਤੇਰਾ ਸੰਗੀ ਨਹੀਂ। ਇਹ ਸਰੀਰ ਸਮਗਰੀ ਸੰਬੰਧੀ ਤੇ ਜਾਇਦਾਦ ਜੋ ਵੀ ਕੁਛ ਵੇਖ ਰਿਹਾ ਹੈ, ਇਸ ਪ੍ਰਕਾਰ ਇਨ ਮੈਂ ਕਛ ਸੰਗੀ ਨਹੀਂ, ਨਹੀਂ ਸੰਗੀ, ਨਹੀਂ ਸਾਥੀ। ਸੱਚੀ ਗੱਲ ਜਾਣਨਾ ਕਰੋ। ਹਜ਼ੂਰ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ, ਦਾਰਾ ਮੀਤ ਪੂਤ ਸੰਬੰਧੀ ਸਗਰੇ ਧਨ ਸਿਉ ਲਾਗੇ। ਜਬ ਹੀ ਨਿਰਤਨ ਦੇਖਿਓ ਨਰਕੋ, ਸੰਗ ਛਾੜ ਸਭ ਭਾਗੇ। ਇਹ ਦੁਨੀਆ ਦੇ ਸੰਗੀ ਜਿਚਰ ਖਾਵਣ ਪਹਿਨਣੇ, ਤਿਚਰ ਰੱਖਣ ਗੰਢ। ਜਿੱਦਨ ਕਛੂ ਨਾ ਹੋਵੇ ਤਿੱਦਨ ਬੋਲਣ ਗੰਧ। ਇਹ ਹਾਲਾਤ ਇਹਨਾਂ ਦੀ, ਧੀਆਂ ਪੁੱਤਰਾਂ ਤੇ ਭੈਣਾਂ ਦੀ, ਭਰਾਵਾਂ ਦੀ, ਸੰਬੰਧੀਆਂ ਦੀ। ਇਸ ਪ੍ਰਕਾਰ ਚੰਗੀ ਵਸਤੂ ਕਿਹੜੀ ਹੈ ਮਹਾਰਾਜ ਸਾਹਿਬ? ਪੁੱਛ ਸੇਵਕਾਂ। ਹਜ਼ੂਰ ਕਹਿੰਦੇ ਹੈ, ਪਤਤ ਉਦਾਹਰਨ ਭੈ ਹਰਨ, ਹਰ ਅਨਾਥ ਕੇ ਨਾਥ। ਅਨਾਥ ਹੁੰਦਾ ਹੈ ਗਰੀਬ, ਨਾਥ ਹੁੰਦਾ ਹੈ ਮਾਲਕ। ਗਰੀਬਾਂ ਅਨਾਥਾਂ ਤੇਰਾ ਮਨ। ਤੇ ਪਤਤ ਹੁੰਦਾ ਹੈ ਜਿਹੜਾ ਭਾਵ ਸਿੱਖੀ ਵੱਲੋਂ ਮੌਤ ਹੋ ਚੁੱਕੀ ਹੋਵੇ, ਭਾਣਾ ਨਾ ਮੰਨਦਾ ਹੋਵੇ, ਪੈਰਾਂ ਦੇ ਨੌਹਾਂ ਤੋਂ ਸਿਰ ਦੀ ਚੋਟੀ ਤੱਕ ਰੋਮਾਂ ਦੀ ਬੇਅਦਬੀ ਕਰਦਾ ਹੋਵੇ, ਰੱਬ ਦੀ ਬਣਾਈ ਸਾਬਰ ਸੂਰ ਨੱਕ ਤੇ ਕੰਨ ਵਿੰਨ੍ਹਦਾ ਹੋਵੇ। ਪਤਤ ਤੰਬਾਕੂ ਪੀਣ ਵਾਲਾ ਪਤਤ, ਪਰ ਤੇਰੇ ਗਾਮੀ ਜਾਂ ਪਰ ਪੁਰਸ਼ ਨਾਲ ਵਿਕਾਰ ਭੋਗਣ ਵਾਲੇ ਬੀਬੀਆਂ ਵੀਰ ਪਤਤ, ਸ਼ਰਾਬ ਆਂਡੇ ਤੇ ਮਾਸ ਆਦਿ ਖਾਣ ਵਾਲੇ ਪਤਤ। ਕਿਹੜਾ ਦਾਰੂ ਹੈ, ਕਿਹੜਾ ਹਕੀਮ ਹੈ, ਕਿਹੜਾ ਡਾਕਟਰ ਹੈ, ਕਿਹੜਾ ਇੰਜੈਕਸ਼ਨ ਹੈ ਜਿਹੜਾ ਤੈਨੂੰ ਪਾਪੀਆਂ ਨੂੰ ਪਤਤ ਬਣਾ ਲਾ ਦੇਵੇ। ਪਤਤ ਪਾਮ ਨਾਮ ਨਰ ਹਰ, ਮੰਦ ਭਾਗੀਆਂ ਨਹੀਂ ਭਾਇਓ। ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਤੇ ਹਰੀ ਦਾ ਨਾਮ, ਪਰ ਮੰਦਿਆਂ ਭਾਗਾਂ ਵਾਲਿਆਂ ਨੂੰ ਭਾਉਂਦਾ ਹੀ ਨਹੀਂ, ਚੰਗਾ ਹੀ ਨਹੀਂ ਲੱਗਦਾ। ਕੂੜ ਕਪਟ ਹੰਕਾਰ ਰਿਜਾਨਾ, ਨਾਮ ਸੁਣਤ ਜਨ ਵਿਸ਼ੂ ਨਿਸ਼ਾਨਾ। ਨਾਮ ਸੁਣਦਿਆਂ ਤੇ ਵਿਸ਼ੂਆ ਡੰਗ ਮਾਰਦਾ ਹੈ, ਬੜਾ ਕਾਲਾ ਮਨ ਪੈ ਜਾਂਦਾ ਹੈ। ਤੁਲਸੀ ਪੂਰਬ ਪਾਪ ਤੇ ਹਾਰ ਜਸ ਸੁਣਿਓ ਨਾ ਜਾਏ। ਕੀ ਹੁੰਦਾ ਹੈ? ਕਹਿ ਊਂਘੈ, ਕਹਿ ਲੜ ਪਰੇ, ਕਹਿ ਘਰ ਕੋਠ ਜਾਏ। ਜਾਂ ਨੀਂਦ ਆਉਣ ਲੱਗ ਜਾਊ, ਜਾਂ ਲੜ ਪਊ ਕਿਸੇ ਨਾਲ, ਜਾਂ ਉੱਠ ਕੇ ਘਰ ਨੂੰ ਤੁਰ ਪਊ ਬਿਲਾ ਲੋੜ ਤੋਂ ਬਿਲਾ ਵਜਾਈ। ਇਹ ਪੂਰਬਲੇ ਪਾਪਾਂ ਦੇ ਕਾਰਨ ਇਸ ਤਰ੍ਹਾਂ ਹੁੰਦੀ ਹੈ। ਮਹਾਰਾਜ ਸਾਹਿਬ ਦੱਸਦੇ, ਮਹਾਤਮਾ ਦੱਸਦੇ, ਪਾਪੀਆਂ ਨੂੰ ਉਦਾਹਰਨ ਵਾਲਾ ਹਰੀ ਦਾ ਪਰਮੇਸ਼ਰ ਦਾ ਨਾਮ, ਪਤਤ ਉਦਾਹਰਨ ਭੈ ਡਰ ਹਰ ਨਾਸ਼ ਕਰਨ ਵਾਲਾ, ਅਨਾਥਾਂ ਗਰੀਬਾਂ ਦਾ ਨਾਥ ਮਾਲਕ। ਉਹ ਕਰਤਾ ਪੁਰਖ ਪਰਮੇਸ਼ਰ ਹੀ ਹੈ।
ਉਸ ਨੂੰ ਚੇਤੇ ਯਾਦ ਕਰ ਲਾ। ਮਨੁੱਖ ਜਾਤੀ ਸਰੀਰ ਜਿੰਨਾ ਚਿਰ ਤੇਰਾ ਸਾਥ ਦਿੰਦਾ ਤੈਨੂੰ। ਕਹੋ ਨਾਨਕ ਤਿਹ ਜਾਨੀਐ ਸਦਾ ਬਸਤ ਤੁਮ ਸਾਥ। ਕਹੋ ਕਹਿੰਦੇ ਨੇ ਨਾਵੇਂ ਨਾਨਕ ਤਿਸ ਪਰਮੇਸ਼ਰ ਨੂੰ ਜਾਨੀਏ। ਮਨ ਬਾਣੀ ਸਰੀਰ ਕਰਕੇ ਜਾਨੀਏ। ਮੁਖੋਂ ਹਰ ਹਰ ਸਭ ਕੋ ਕਹੇ ਵਿਰਲੇ ਹਿਰਦੇ ਵਸਾਇਆ। ਨਾਨਕ ਜਿਨ ਕੇ ਹਿਰਦੇ ਵਸਿਆ ਮੁਖ ਮੁਖ ਤਿਨ ਪਾਇਆ। ਹਿਰਦਿਓਂ ਨਹੀਂ ਜਾਣਦੇ ਮੁਖੋਂ ਜਾਣਦੇ ਆ। ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਇਹ ਹਾਲਾਤ ਬਣੀ ਹੈ। ਮਨ ਵਿੱਚ ਸਰਦਾ ਨਹੀਂ, ਮਨ ਵਿੱਚ ਭਾਵ ਨਹੀਂ, ਤੇ ਵੇਖੋ ਵੇਖੀ ਗੱਲਾਂ ਚੌਥੇ ਪਾਦੀਆਂ ਕਰੀ ਜਾਂਦੇ ਆ ਤੇ ਮੱਥੇ ਟੇਕੀ ਜਾਂਦੇ ਆ। ਸੀਸ ਨਵਾਇਆ ਕਿਆ ਥੀਏ ਜਾਂ ਹਿਰਦਾ ਕਸੁੱਧਾ ਜਾਏ। ਜਿੰਨੀਆਂ ਕੌਮਾਂ ਜਿੰਨੀ ਦੁਨੀਆ ਪਸ਼ੂ ਪੰਛੀ ਤੇ ਠੀਕ ਨੇ। ਇੱਕ ਭੇੜ ਨੂੰ ਜ਼ਬਰਦਸਤੀ ਮੁੰਨਦੇ ਆ, ਬਾਕੀ ਸਭ ਠੀਕ ਨੇ, ਰੱਬ ਦੇ ਬਣਾਏ ਬਣੇ ਰਹਿੰਦੇ ਨੇ। ਪਰ ਬੰਦੇ ਨੂੰ ਪਸੰਦ ਨਹੀਂ। ਮੁਲਕਾਂ ਦੇ ਮੁਲਕ ਮੋਨੇ 84 ਦਾ ਮਾਲ ਜੋ ਹੋਇਆ। ਇਸ ਪ੍ਰਕਾਰ ਆਪ ਅਕਾਲ ਪੁਰਖ ਸਾਨੂੰ ਸਿੱਖਿਆ ਦਿੰਦੇ ਸਾਬਰ ਸੂਰਤ ਨਾ ਵਿਗਾੜੋ। ਦੇਵੀ ਦੇਵਤੇ ਪੀਰ ਪਕੰਬਰ ਸਭ ਸਤਿਕਾਰਯੋਗ ਨੇ। ਅਕਾਲ ਦੇ ਪੁਜਾਰੀ ਬਣੋ। ਨੇਕ ਕਮਾਈ ਕਰੋ ਜੀਵਕਾ ਚਲਾਓ। ਤਨ ਧਨ ਜਿਹ ਤੋ ਕਉ ਦਿਓ ਤਾਂ ਸਿਉ ਨਿਹੋ ਨ ਕੀਨ। ਕਹੋ ਨਾਨਕ ਤਿਹ ਜਾਨੀਐ ਸਦਾ ਬਸ ਤੁਮ ਸਾਥ। ਉਹਨੂੰ ਜਾਣਨਾ ਕਰੋ ਜਿਹੜਾ ਤੇਰਾ ਸਾਥ ਅੰਗ ਸੰਗ ਸਹਾਇਤਾ ਕਰੇ। ਬਾਕੀ ਇਹ ਤਨ ਸਰੀਰ ਸੋਚੋਵਾ ਚੰਦਨ ਮਰਦਨ ਅੰਗਾ। ਸੋ ਤਨ ਜਲੇ ਕਾਠ ਕੇ ਸੰਗਾ। ਜਿੰਨਾ ਮਰਜ਼ੀ ਹੈ ਇਹਨੂੰ ਭਾਵ ਚੰਦਨ ਮਲੋ, ਸੁਗੰਧੀਆਂ ਮਲੋ, ਮਾਲਸ਼ਾਂ ਕਰੋ, ਕੁਸਤੇ ਖਵਾਓ, ਲੱਕੜਾਂ ਦੇ ਵਿੱਚ ਸੜ ਜਾਣਾ ਹੈ। ਇਹ ਥਿਰ ਰਹਿਣਾ ਨਹੀਂ ਤੇਰਾ ਤਨ ਸਰੀਰ। ਜਿਹਦੀ ਕਿਰਪਾ ਨਾਲ ਜਿਹ ਪ੍ਰਸਾਦ ਆਰੋਗ ਕੰਚਨ ਦੇਹੀ। ਸੋਨੇ ਵਰਗੀ ਰੋਗਾਂ ਤੋਂ ਰਹਿਤ ਦੇਹੀ ਇਹ ਤੈਨੂੰ ਦਿੱਤੀ। ਤੇ ਧਨ ਵੀ ਤੈਨੂੰ ਉਸੇ ਪਰਮੇਸ਼ਰ ਨੇ ਦਿੱਤਾ ਹੈ। ਵਿਣ ਕਰਮਾ ਕਿਛ ਪਾਈਏ ਨਾਹੀ ਜੇ ਬਹੁ ਤੇਰਾ ਧਾਵੈ। ਭੱਜਾ ਫਿਰ ਜਿੰਨਾ ਮਰਜ਼ੀ ਹੈ। ਜਿਹ ਤੋ ਕਉ ਤੈਨੂੰ ਦੇਣ ਵਾਲਾ ਪਰਮੇਸ਼ਰ ਹੀ ਹੈ। ਸੋ ਇਸ ਪ੍ਰਕਾਰ ਤਉ ਕਉ ਦਿਓ ਤਾਂ ਸਿਉ ਨੇਹੋ ਨਾ ਕੀ। ਨੇਹੋ ਪ੍ਰੇਮ ਪਿਆਰ ਤੇਰਾ ਉਸ ਕਰਤੇ ਪੁਰਖ ਨਾਲ ਨਹੀਂ, ਉਹਦੀਆਂ ਦਿੱਤੀਆਂ ਦਾਤਾਂ ਨਾਲ ਹੈ, ਦਾਤੇ ਨਾਲ ਨਹੀਂ। ਦਾਤ ਪਿਆਰੀ ਵਿਸਰਿਆ ਦਾਤਾਰਾ। ਜਾਣੇ ਨਾਹੀ ਮਰਨ ਬੀਜ ਹੀ ਬੀਜਣਾ। ਜਿਹਾ ਬੀਜੇ ਸੋ ਲੁਣੇ। ਕਰਮਾ ਸੰਦੜਾ ਖੇਤ। ਕਰਮਾਂ ਦਾ ਖੇਤ। ਚੰਗੇ ਕਰਮ ਬੀਜ ਲਓ, ਮਾੜੇ ਕਰਮ ਬੀਜ ਲਓ, ਉਹੋ ਜਿਹੇ ਉੱਗਣਗੇ। ਤੇ ਭਗਤ ਜੀ ਕਹਿੰਦੇ ਲੋੜੇ ਦਾਖ ਬਜੌਰੀਆਂ। ਕਿੱਕਰ ਬੀਜੇ ਜੱਟ ਹੰਡੇ ਉੱਨ ਕਤਾਏ ਦਾ। ਪੈਂਦਾ ਲੋੜੇ ਪੱਟ। ਸੋ ਬੀਜ ਬੀਜ ਲਏ ਨੇ ਕਿੱਕਰਾਂ ਦੇ ਤੇ ਲੋੜਦਾ ਬਜੌਰ ਦੇਸ ਦੀਆਂ ਮਿੱਠੀਆਂ ਦਾਖਾਂ ਅੰਗੂਰ ਮਿੱਠੇ ਉਹ ਮੈਨੂੰ ਮਿਲਣ। ਨਹੀਂ ਕਿੱਕਰਾਂ ਹੀ ਉੱਗਣ ਗਈਆਂ। ਕੌੜੀਆਂ ਫਲੀਆਂ ਲੈ ਮਿਲ ਸਕਦੀਆਂ ਨੇ। ਕੰਡੇ ਸੂੜਾਂ ਲੱਗ ਸਕਦੀਆਂ, ਉਹਨਾਂ ਲੈ ਲਵੇ। ਤੇ ਕੱਤ ਕੇ ਉੱਨ ਤੇ ਜਲਾਹੇ ਨਾਲ ਲੜੀ ਜਾਵੇ ਕਿ ਮੈਨੂੰ ਰੇਸ਼ਮ ਦੇ। ਪੱਟ ਰੇਸ਼ਮ ਨੂੰ ਕਹਿੰਦੇ, ਰੇਸ਼ਮੀ ਬਸਤਰ ਦੇ। ਜੋ ਤੂੰ ਦਿੱਤਾ ਕਪਾਵ ਉੱਨ ਲਈ ਉਹੀ ਤੇ ਮਿਲ ਜਾਊ। ਪੰਕਤੀ ਬਾਣੀ ਦੀ ਹੈ, ਭਗਤਾਂ ਦੀ ਹੈ। ਇਸ ਪ੍ਰਕਾਰ ਤਨ ਧਨ ਜੇ ਤੋ ਕਉ ਦਿਓ ਤਾਂ ਸਿਉ ਨਿਹੋ। ਉਹਦੇ ਨਾਲ ਨਿਹੋ ਕਿਉਂ ਨਹੀਂ ਕਰਦਾ? ਇਹ ਹਾਲਾਤ ਵੀ ਲਿਖੀ ਹੋਈ ਹੈ। ਧਰਮ ਤਰਫੋਂ ਤੂੰ ਡੋਲਦਾ ਫਿਰਦਾ ਹੈ, ਕੰਬਦਾ ਫਿਰਦਾ ਹੈ। ਮਨ ਤੇਰਾ ਟਿਕਦਾ ਨਹੀਂ। ਦੀਨ ਬਸਾਰਿਓ ਰੇ ਦੀਵਾਨੇ। ਦੀਨ ਬਸਾਰਿਓ ਰੇ। ਪੇਟ ਭਰਿਓ ਪਸੂਆ ਜੋ ਸੋਇਓ। ਮਾਨੁਖ ਜਨਮ ਤੈ ਹਾਰਿਓ। ਮਨੁੱਖ ਜਨਮ ਹਾਰ ਪੇਟ ਭਰ ਕੇ। ਪਸ਼ੂ ਨਹੀਂ ਸੌ ਲੈਂਦਾ। ਜਾਨਵਰ ਵੀ ਪੇਟ ਭਾਰੀ ਲੈਂਦਾ ਹੈ। ਕਬੀਰ ਦੀਨ ਗਵਾਇਆ ਦੁਨੀ ਸਿਓ। ਦੁਨੀ ਨਾ ਚਾਲੀ ਸਾਥ। ਪਾਈ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਆਪਣੀਆਂ ਜੜ੍ਹਾਂ ਆਪ ਵੱਢ ਰਹੇ, ਆਪਣੇ ਪੈਰ ਤੇ ਕੁਹਾੜਾ ਆਪ ਮਾਰ ਰਹੇ ਹੈ। ਇਸ ਪ੍ਰਕਾਰ ਡੋਲ ਨਾ। ਦ੍ਰਿੜ ਵਿਸ਼ਵਾਸ ਭਰੋਸਾ ਰੱਖ ਕਰਤੇ ਪੁਰਖ ਤੇ। ਤਨ ਧਨ ਸੰਪੈ ਸੁਖ ਦਿਓ ਅਰ ਜਿਹ ਨੀਕੇ ਧਾਮ। ਜਿਹਨੇ ਤਨ ਸਰੀਰ ਦਿੱਤਾ ਹੈ ਉਹਨੇ ਧਨ ਵੀ ਤੈਨੂੰ ਹੰਡਾਉਣ ਲਈ, ਸੁੱਖ ਲੈਣ ਲਈ ਦਿੱਤਾ ਹੈ। ਸੰਪਦਾ ਵੀ ਦਿੱਤੀ ਹੈ, ਸੁੱਖ ਵੀ ਦਿੱਤਾ ਹੈ, ਸ਼ਾਂਤੀ ਸੰਤੋਖ ਵੀ। ਪਰ ਧਨ ਚੋਂ ਨਹੀਂ ਮਿਲਦਾ ਸੁੱਖ। ਨਾਹੀਂ ਬਹੁਤੇ ਧਨ ਖਾਟੇ ਸੁੱਖ ਨਾਹੀਂ ਪੇਖੇ ਨਿਰਤ ਨਾਟੇ। ਸੁਖ ਨਾਹੀਂ ਬਹੁ ਦੇਸ਼ ਕਮਾਏ ਸਰਬ ਸੁਖਾ ਹਰ ਹਰ ਗੁਣ ਗਾਏ। ਸੋ ਨਸ਼ਿਆਂ ਤੇ ਵਿਸ਼ਿਆਂ 'ਚ ਸੁੱਖ ਮੰਨਦਾ ਹੈ। ਘੜੀ ਮੋਹਤ ਰੰਗ ਮਾਣੇ ਫਿਰ ਬਹੁਰ ਬਹੁਰ ਪਛਤਾਵੇ। ਇਹ ਸੁਖ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਤਨ ਧਨ ਸੰਪਦਾ ਸਮਗਰੀ ਤੇ ਸੁੱਖਾਂ ਵਾਸਤੇ ਤੂੰ ਯਤਨ ਕਰਦਾ ਹੈ। ਅਰ ਜਿਹ ਨੀਕੇ ਚੰਗੇ ਧਾਮ ਘਰ।
ਚੰਗੀਆਂ ਚੰਗੀਆਂ ਕੋਠੀਆਂ ਤੇ ਪਦਾਰਥ ਤੈਨੂੰ ਦਿੱਤੇ ਨੇ ਇਸ ਕਰਤੇ ਪੁਰਖ ਨੇ, ਸੋ ਉਹਨੂੰ ਤੂੰ ਯਾਦ ਨਹੀਂ ਕਰਦਾ, ਚੇਤੇ ਨਹੀਂ ਕਰਦਾ। ਇਹ ਧਾਮ ਤੇਰਾ ਸਰੀਰ ਵੀ ਤੇ ਪ੍ਰਤੱਖ ਘਰ ਵੀ ਤੇ ਧਨ ਵੀ ਤੇ ਪਦਾਰਥ ਵੀ ਤੈਨੂੰ ਜਿੰਨੇ ਦੇਣਾ ਕੀਤੇ ਨੇ। ਕਹੋ ਨਾਨਕ ਸੁੰਦਰੇ ਮਨ ਸਿਮਰਤ ਕਾਹੀ ਨਾ ਰਾਮ ਕਹੋ। ਕਹਿੰਦੇ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਅੱਗੇ ਵੀ ਬੇਨਤੀ ਕੀਤੀ ਵੀ ਮੈਂ ਨਹੀਂ ਕਹਿੰਦਾ, ਨਾਨਕ ਪਾਤਸ਼ਾਹ ਕਹਿੰਦਾ ਹੈ। ਤੇ ਨਾਨਕ ਅਕਾਲ ਪੁਰਖ ਨਿਰੰਕਾਰ ਦੀ ਜੋਤ ਹੈ, ਮਾਨਸ ਕਾ ਕਰ ਰੂਪ ਨਾ ਜਾਣ। ਕਹੋ ਨਾਨਕ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਜਿੱਥੇ ਅਸੀਂ ਵਿਰਾਜਮਾਨ ਹੈ। ਸੁੰਦਰੇ ਮਨਾ ਪਿਆਰਿਆ ਸੁਣ ਲੈਣਾ ਕਰ। ਰਾਮ ਵਿੱਚ ਬੇਨਤੀ ਕੀਤੀ ਆਪਣੇ ਮਨ ਤੇ ਝੁਕਾ ਕੇ ਕਮਾ ਕੇ ਫਿਰ ਸਾਨੂੰ ਕਹਿੰਦੇ ਨੇ ਸਿਮਰਤ ਕਾਹੇ ਨਾ ਰਾਮ ਰਮਿਆ ਹੋਇਆ ਸਰਬ ਵਿਆਪੀ, ਸਾਰੀ ਥਾਈਂ ਕਰਤਾ ਪੁਰਖ ਕਿਤਰਾ ਰਮਿਆ। ਪੋਹ ਮਦ ਜਿਉ ਬਾਸ ਬਸਤ ਹੈ, ਮੁਕਰ ਮਹਿ ਜੈਸੇ ਸ਼ਾਈ, ਤੈਸੇ ਹਰ ਬਸੇ ਤੈਸੇ ਰਮੇ ਕਬੀਰ ਕਾਠੀ ਖੋਜੋ ਭਾਈ। ਪੋਹ ਫੁੱਲ ਦੇ ਮਧ ਵਿੱਚ ਵਾਸ਼ਨਾ ਵਸਦੀ ਹੈ, ਤੇ ਇੱਕ ਫੁੱਲ ਦੀ ਵਾਸ਼ਨਾ ਸੈਂਕੜੇ ਹਜ਼ਾਰ ਲੱਖਾਂ ਲੈ ਲੈਣ ਤੇ ਮੁੱਕਦੀ ਨਹੀਂ, ਤੇ ਫੁੱਲ 'ਚ ਰਹਿੰਦੀ ਕਿੱਥੇ ਹੈ, ਰੰਗ ਕਿਹੜੇ ਦੀ ਹੈ, ਆਉਂਦੀ ਕਿਸ ਤਰ੍ਹਾਂ ਹੈ। ਇਸ ਪ੍ਰਕਾਰ ਇਸ ਤਰ੍ਹਾਂ ਸਰਬ ਵਿਆਪੀ ਹੈ। ਪੋਹ ਮਰ ਜੋ ਬਾਸ ਬਸ ਮੁਕਰ ਮਹਿ ਜੈਸੇ ਸਾਈ, ਤੈਸੇ ਹਰ ਬਸੇ ਨਿਰੰਤਰ ਘੱਟ ਹੀ ਖੋਜੋ ਪਾਈ। ਮੁਕਰ ਸੀਸੇ ਨੂੰ ਕਹਿੰਦੇ ਆ। ਸੀਸੇ ਸਾਹਮਣੇ ਹੋਵੋ ਤੇ ਦਾਗ ਸ਼ਾਹੀ ਕਿੱਲ ਪੱਗ ਦੇ ਵੱਟ ਚਿਹਰੇ ਦਾ ਕਈ ਕੁਛ ਦਿਸ ਪੈਂਦਾ ਹੈ। ਸੀਸਾ ਦੱਸ ਦਿੰਦਾ ਪਰ ਲਾਉਂਦਾ ਨਹੀਂ। ਤੇ ਨਿਹੰਗ ਸਿੰਘਾਂ ਦੀ ਬੋਲੀ ਇਸ ਨੂੰ ਚੁਗਲ ਕਹਿੰਦੇ ਆ। ਚੁਗਲੀ ਸੱਚੀ ਕਰਦਾ, ਉਹ ਝੂਠੀ ਨਹੀਂ ਕਰਦਾ। ਇਸ ਪ੍ਰਕਾਰ ਵੇਦ ਕਥੇ ਬਿਪਸਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਤੁਕਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਈ। ਇਸ ਤਰ੍ਹਾਂ ਜਾਲ, ਇਸ ਤਰ੍ਹਾਂ ਸੀਸਾ, ਇਸ ਤਰ੍ਹਾਂ ਦੇ ਹੋਰ ਵੀ ਅਸਰ ਨੇ। ਭਗਤ ਕਬੀਰ ਦੇ ਬਚਨ ਨੇ। ਇਸ ਤਰ੍ਹਾਂ ਇਹ ਦੁਨੀਆ ਦੇ ਵੇਦ ਕਤੇਬ ਗ੍ਰੰਥ ਨੇ। ਗੁਰਬਾਣੀ ਉਹਨਾਂ ਵਰਗੀ ਨਹੀਂ। ਪੜ੍ਹੀ ਜਾਓਗੇ, ਦੱਸੀ ਵੀ ਜਾਓ ਤੇ ਦਾਗ ਤੁਹਾਡੇ ਲਾਈ ਵੀ ਜਾਓ, ਸਰਦਾ ਨਾਲ ਸੁਣਨ ਤੇ ਪੜ੍ਹਨ ਦੇ ਨਾਲ। ਇਸ ਪ੍ਰਕਾਰ ਆਪ ਜੀ ਕਹਿੰਦੇ ਨੇ ਸਿਮਰਤ ਕਾਹੇ ਨਾ ਰਾਮ, ਰਮੇ ਹੋਏ ਪਰਮੇਸ਼ਰ ਦਾ ਨਾਮ ਕਿਉਂ ਨਹੀਂ ਸਿਮਰਦਾ। ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹੀ ਨਾ ਕੋਏ। ਸਾਰਿਆਂ ਸੁੱਖਾਂ ਦਾ ਦਾਤਾ ਕੌਣ ਹੈ? ਰਾਮ, ਰਮਿਆ ਹੋਇਆ ਪਰਮੇਸ਼ਰ, ਦੂਸਰਾ ਕੋਈ ਹੋਰ ਹੈ ਹੀ ਨਹੀਂ। ਤੇ ਜੇ ਨਹੀਂ ਯਕੀਨ ਕਰਨਾ ਫਿਰ ਭੱਜੇ ਫਿਰੋ, ਬੰਨ੍ਹ ਲਓ ਪੰਡਾ। 33 ਕਰੋੜ ਦੇਵਤੇ ਆ, ਕਿੰਨਿਆਂ ਕੁ ਨੂੰ ਮੰਨ ਲਓਗੇ? 1.25 ਲੱਖ ਪਿਕੰਬਰ ਹੈ, 9 ਕਰੋੜ ਦੇਵੀਆਂ ਨੇ, ਕਿੰਨੀਆਂ ਕੁ ਨੂੰ ਮੰਨ ਲਓਗੇ? ਕਿੱਥੇ ਕਿੱਥੇ ਭੱਜੇ ਫਿਰੋਗੇ? ਇੱਕ ਦਾਣਾ ਵੀ ਵੰਡੇ ਨਹੀਂ ਆਉਣਾ। ਤੇ ਜੇ ਉਹ ਸਾਰਿਆਂ ਦੇ ਮੁੱਢ ਨੂੰ ਹੀ ਪਾਣੀ ਪਾ ਲਈਏ, ਸਾਰੇ ਦੇ ਮੁੱਢ ਨੂੰ ਯਾਦ ਕਰ ਲਈਏ, ਚਰਨੀ ਪਕੜ ਲਈਏ, ਤੇ ਸਾਰੇ ਵਿੱਚੇ ਆ ਜਾਂਦੇ। ਦੇਵੀ ਦੇਵਤੇ ਖੁਸ਼ ਹੋ ਜਾਂਦੇ ਆ। ਹਜ਼ੂਰ ਦੁਨੀਆ ਦਾ ਚੱਕਰ ਲਾ ਕੇ ਬਾਲੇ ਮਰਦਾਨੇ ਸਮੇਤ ਆਏ ਬੈਠੇ ਸੀ। ਸਮੇਂ ਦਾ ਰਾਜਾ ਨਾਲ ਲੱਗੇ ਬੱਧੇ। ਸੋ ਕਹਿੰਦੇ ਆ ਪਰਦੇਸੀ ਬੈਠੇ ਹੋਏ ਆ, ਦੇਵੀ ਦੀ ਪੂਜਾ ਲਈ ਚੱਲਣੀ ਹੈ। ਇੱਕ ਇਹਨਾਂ ਚੋਂ ਲੈ ਚਲੀਏ, ਬਲੀ ਦੇਵਾਂਗੇ, ਕੁਰਬਾਨੀ ਦੇਵਾਂਗੇ ਦੇਵੀ ਦੀ। ਤੇ ਬਾਲੇ ਨੂੰ ਪਕੜ ਲਿਆ। ਇਤਿਹਾਸ ਪੜ੍ਹੋ ਤਾਂ ਪਤਾ ਲੱਗੇ। ਪਕੜ ਲਿਆ ਤੇ ਮਰਦਾਨਾ ਕਹਿੰਦਾ ਵੀ ਮੈਂ ਭੱਜ ਕੇ ਗਿਆ ਤੇ ਬੇਨਤੀ ਕੀਤੀ, 10 ਬਾਲਾ ਜੀ ਰਹੇ ਨੇ। ਮਰਦਾਨਾ ਭੱਜ ਕੇ ਮੇਰੇ ਕੋਲ ਆਇਆ ਤੇ ਕਹਿੰਦਾ ਬਾਲਿਆ ਤੇਰਾ ਤੇ ਅੰਤ ਆ ਗਿਆ, ਇੱਥੇ ਤੈਨੂੰ ਵੱਢ ਸੁੱਟਣਗੇ, ਕੁਰਬਾਨੀ ਦੇ ਦੇਣਗੇ। ਬਾਲਾ ਕਹਿੰਦਾ ਗੁਰੂ ਅੰਗਦ ਸਾਹਿਬ ਜੀ ਮੈਂ ਡੋਲਿਆ ਨਹੀਂ, ਕਿ ਦੀਨ ਦੁਨੀਆ ਦਾ ਮਾਲਕ ਸਰਵ ਸ਼ਕਤੀਵਾਨ ਆਪ ਕਾਲਪੁਰਖ ਸਾਡੇ ਨਾਲ ਹੈ, ਮੈਨੂੰ ਕੀ ਲੋੜ ਹੈ ਦਰਦ ਦੀ। ਮਰਵਾਦੇ ਜਾਂ ਬਚਾਏ, ਇੰਨਾ ਭਰੋਸਾ ਹੋਵੇ ਤਾਂ ਤਾਂ ਹੀ ਹੈ ਨਾ। ਲੈ ਗਏ ਜਦੋਂ ਦੇਵੀ ਦੇ ਮੰਦਿਰ 'ਚ, ਕੀਤੇ ਰਾਗ ਰੰਗ ਜੋ ਕਰਨੇ ਸੀ, ਸਗਨ ਮਨਾ ਲਏ ਜਿਹੜੇ ਮਨਾਉਣੇ ਸੀ। ਆ ਗਿਆ ਜਲਾਦ ਲੈ ਕੇ ਕਿਰਪਾਨ, ਨੰਗੀ ਕੱਢ ਲਈ ਮੈਨੂੰ, ਲੱਗਾ ਮਾਰਨ। ਬੜੇ ਜ਼ੋਰ ਦੀ ਖੜਕਾ ਆਇਆ ਦੇਵੀ ਦੇ ਮੰਦਿਰ 'ਚੋਂ। ਦੇਵੀ ਪ੍ਰਗਟ ਹੋ ਗਈ ਤੇ ਉਸ ਜਲਾਦ ਪਾਸੋਂ ਖੋਹ ਕੇ ਕਿਰਪਾਨ ਤੇ ਰਾਜੇ ਦਾ ਸਿਰ ਵੱਢ ਕੇ ਐਵੇਂ ਸੁੱਟ ਦਿੱਤਾ ਜਿਵੇਂ ਰੁੱਖ ਨਾਲੋਂ ਫਲ ਡਿੱਗਦਾ ਹੈ। ਹਫੜਾ ਦਫੜੀ ਮਚ ਗਈ। ਬਾਲੇ ਨੂੰ ਕਿਹਨੇ ਮਾਰਨਾ ਸੀ? ਫਿਰ ਬਾਲਾ ਆਪਣੇ ਸਾਹਿਬਾਂ ਦੇ ਕੋਲ ਆ ਗਿਆ ਤੇ ਦੇਵੀ ਵੀ ਆ ਗਈ ਮੱਥਾ ਟੇਕਣ। ਗੁਰੂ ਸਾਹਿਬ ਕਹਿੰਦੇ ਦੇਵੀ ਤੂੰ ਠੀਕ ਸ਼ਕਤੀ ਹੈ ਰੱਬ ਦੀ, ਪਰ ਅਸੀਂ ਤਾਂ ਤੈਨੂੰ ਮੰਨਦੇ ਨਹੀਂ, ਕਾਲ ਦੇ ਪੁਜਾਰੀ ਨਾ ਸਾਡੇ ਸਿੱਖ ਮੰਨਦੇ। ਦੇਵੀ ਦੇਵਾ ਪੂਜੀਏ ਭਾਈ, ਕਿਆ ਮੰਗੂ ਕਿਆ ਦੇ, ਪਾਹਣ ਨੀਰ ਪਖਾਲੀਏ ਭਾਈ, ਜਲ ਮੈਂ ਡੂਬੇ ਤੇ। ਤੂੰ ਸਾਡਾ ਆਪ ਸਿੱਖ ਮਾਰ ਦਿੱਤਾ, ਵੱਢਣ ਲੱਗੇ ਸੀ, ਤੂੰ ਆਪਣਾ ਸੇਵਕ ਹੀ ਮਾਰ ਲਿਆ। ਕਹਿੰਦੀ ਮੈਨੂੰ ਆਪਣੇ ਸੇਵਕ
ਪੁਜਾਰੀ ਨਹੀਂ ਪਿਆਰੇ, ਮੈਨੂੰ ਤੇ ਅਕਾਲ ਦੇ ਪੁਜਾਰੀ ਪਿਆਰੇ ਹੈ। ਇਸ ਗੱਲ ਨੂੰ ਚੇਤੇ ਰੱਖੋਗੇ। ਜਿਹੜਾ ਅਕਾਲ ਨਿਰੰਕਾਰ ਦਾ ਪੁਜਾਰੀ ਹੈ, ਉਹਦੇ ਸਭ ਦੇਵੀਆਂ ਦੇਵਤੇ ਪਾਣੀ ਭਰਦੇ ਨੇ, ਅੰਗ ਸੰਗ ਨੇ। ਸੋ ਜਦੋਂ ਭਾਵ ਮਹਾਰਾਜ ਸਾਹਿਬ ਕਰਤਾਰਪੁਰ ਲਹਿਣਾ ਜੀ ਆਏ ਸੀ, ਇਹ ਉੱਥੇ ਰਾਤ ਰਹੇ ਸੀ, ਤੇ ਬਿਰਧ ਅਵਸਥਾ ਤੇ ਚਿੱਟੇ ਵਸਤਰ ਤੇ ਝਾੜੂ ਦੇ ਰਹੀ ਮਨੇਰ ਸਾਰ। ਲਹਿਣਾ ਜੀ ਨੇ ਪੁੱਛਿਆ ਤੂੰ ਕੌਣ ਹੈ? ਕਹਿੰਦੀ ਉਹੀ ਹੈ ਜਿਹਦੀ ਸੇਵਾ ਲਈ ਤੇਰਾ ਸਹੁਰਾ ਪਿਤਾ ਗੁਰੂ ਜਾਂਦਾ ਸੀ ਝੰਡਾ ਲੈ ਕੇ, ਸੰਗਤ ਲੈ ਕੇ, ਤੇ ਹੁਣ ਤੂੰ ਜਾਂਦਾ ਰਿਹਾ। ਮੈਂ ਇੱਥੋਂ ਖੜ ਕੇ ਤੁਹਾਨੂੰ ਕੁਝ ਦਿੰਦੀ ਹਾਂ, ਮੇਰੇ ਕੋਲ ਕੁਝ ਨਹੀਂ। ਪੱਕਾ ਨਿਹਚਾ ਹੋ ਗਿਆ ਵੀ ਅੱਜ ਜਦੋਂ ਦੇਵੀਆਂ ਦੇਵਤੇ ਨਹੀਂ, ਇਹ ਕਾਲ ਦਾ ਸਰੂਪ ਹੈ, ਇਹਨਾਂ ਦੇ ਚਰਨਾਂ 'ਚ ਹੀ ਰਹਾਂਗੇ। ਨਾਲ ਦੇ ਨੂੰ ਕਹਿਤਾ ਚਲੇ ਜਾਓ ਜਾਂ ਨਾ ਚਲੇ ਜਾਓ, ਤੁਹਾਡੀ ਮਰਜ਼ੀ ਹੈ। ਮੈਂ ਜਿੱਥੇ ਆਉਣਾ ਸੀ ਹੁਣ ਆ ਗਿਆ ਹੈ। ਭਲਿਆ ਤੈਨੂੰ ਇਸ ਤਰ੍ਹਾਂ ਨਹੀਂ ਰੱਖਣਾ। ਇੱਕ ਵਾਰੀ ਘਰ ਜਾ, ਘਰਦਿਆਂ ਨੂੰ ਦੱਸਿਆ, ਫਿਰ ਲੂਣ ਦੀ ਪੰਡ ਲਿਆਂਦੀ, ਸਾਜੋ ਸਮਾਨ ਸਾਂਭਿਆ ਲੰਗਰ 'ਚ ਪਾਉਣ ਲਈ। ਤੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਖੇਤਾਂ ਵਿੱਚੋਂ ਝੋਨਾ ਸੀ, ਉਹਦੇ ਵਿੱਚੋਂ ਮੋਥਾ ਇੱਦਲ ਝਾਟੂ ਪੁੱਟਿਆ, ਜੜ੍ਹਾਂ ਨਾਲ ਚਿੱਕੜ, ਤੇ ਪਰਖਣ ਲਈ ਪੁੱਤਰਾਂ ਨੂੰ ਕਿਹਾ ਚੁੱਕ ਲਓ। ਕਹਿੰਦੇ ਨਹੀਂ ਜੀ, ਸਿਰ ਲਿਬੜ ਜਾਊ, ਲੀੜੇ ਲਿਬੜ ਜਾਣਗੇ, ਦਾੜਾ ਲਿਬੜ ਜਾਊ, ਜ਼ਰੂਰ ਖਾਣੀ ਹੈ। ਸੇਵਕਾਂ ਨੂੰ ਚੁਕਾ ਲੈਂਦੇ ਹੈ। ਜਦੋਂ ਲਹਿਣਾ ਜੀ ਗਏ ਘਰੇ, ਸੁਲੱਖਣੀ ਜੀ ਨੂੰ ਪੁੱਛਿਆ, ਕਹਿੰਦੇ ਤਾਂ ਖੇਤਾਂ 'ਚ ਗਏ ਹੈ। ਤੇ ਜਾਂਦਿਆਂ ਸਾਰ ਆ ਫਿਰ ਲਹਿਣਿਆ ਤੂੰ ਵੇੜੇ ਨਾਲ ਹੀ ਆ ਗਿਆ, ਤੂੰ ਚੁੱਕ ਲਾ। ਕਿੰਤੂ ਪਰੰਤੂ ਵੀ ਨਹੀਂ, ਕੋਈ ਸ਼ੰਕਾ ਨਹੀਂ ਮਨ 'ਚ ਕੀਤੀ। ਚੁੱਕ ਲਿਆ, ਚੱਕਰ ਨੇ ਆਪਣਾ ਕੰਮ ਕਰਦਾ, ਘਰੇ ਲਿਆਂਦੀ, ਪੰਡ ਸੁੱਟੀ। ਮੈਂ ਵਿਸਾਰ ਨਹੀਂ ਪੰਕਤੀ ਦਾ ਕਰਦਾ, ਨਿਚੋੜ ਦੱਸਣ ਲੱਗਾ ਆਪ ਜੀ ਨੂੰ। ਉਸ ਮੌਕਾ ਸੁਲੱਖਣੀ ਜੀ ਨੇ ਠੀਕ ਨਾ ਸਮਝਿਆ। ਪਤੀ ਦੇਵ ਸੇਵਕ ਕਿੱਡੀ ਦੂਰੋਂ ਆਇਆ, ਅੱਗੇ ਪੰਡ ਚੁੱਕ ਕੇ ਲਿਆਇਆ ਲੂਣ ਦੀ ਲੰਗਰ ਵਾਸਤੇ, ਇੱਥੇ ਫੇਰ ਪੰਡ ਚੁਕਾ ਦਿੱਤੀ ਹੈ। ਇਹਦੇ ਸਾਰੇ ਬਸਤਰ ਲਬੇੜ ਦਿੱਤੇ, ਚੰਗੀ ਪ੍ਰਾਹੁਣਚਾਰੀ ਕੀਤੀ ਇਹਦੀ, ਜਲ ਪਾਣੀ ਤੱਕ ਪੁੱਛਿਆ ਨਹੀਂ। ਗੁਣ ਖਾਨੀ ਸੁਨ ਬੈਨ ਉਚਾਰੇ, ਨਹੀਂ ਪੰਕ ਸੰਗ ਭਰਿਓ ਭਾਰੇ। ਦੀਨ ਦੁਨੀ ਕਾ ਛਤਰ ਸੋ ਦਿਓ, ਨਹੀਂ ਏਮ ਸੰਗ ਅਬਰ ਕੋਈ ਬੀਓ। ਗੁਣਾਂ ਦੀ ਖਾਣ ਸੁਣ ਕੇ ਬੈਨ ਰਸਨਾ ਤੋਂ ਉਚਾਰੇ ਕਹੇ, ਨਹੀਂ ਪੰਕ। ਪੰਕ ਨਾਮ ਹੈ ਚਿੱਕੜ ਦਾ, ਇਹਨੂੰ ਚਿੱਕੜ ਨਾਲ ਨਹੀਂ ਭਰਿਆ। ਦੀਨ ਤੇ ਦੁਨੀਆ ਦੀ ਤਿੰਨਾਂ ਲੋਕਾਂ ਦੀ ਜ਼ਿੰਮੇਵਾਰੀ ਦੀ ਪੰਡ ਇਹਦੇ ਸਿਰ 'ਤੇ ਰੱਖੀ ਹੈ। ਸੋ ਇਸ ਪ੍ਰਕਾਰ ਬੀਓ, ਦੂਜਾ ਤੇਰੇ ਪੁੱਤਰ ਜਾਂ ਕੋਈ ਹੋਰ ਦੁਨੀਆ ਦਾ ਇਹਦੇ ਬਰਾਬਰ ਦਾ ਨਹੀਂ। ਪਹਿਲੇ ਮਿਲਾਪ 'ਚ ਵੀ ਵਰ ਤੇ ਦੂਜੇ ਮਿਲਾਪ 'ਚ ਵੀ ਵਰ, ਆਖਰੀ ਵੀ ਗੁਰਤਾ ਗੱਦੀ ਧੁਰ ਮੰਗੇ ਸੀ, ਦੇਣੀ ਸੀ, ਦੇ ਦਿੱਤੀ ਸੀ। ਇਸ ਪ੍ਰਕਾਰ ਹਜ਼ੂਰ ਕਹਿੰਦੇ ਹੈ, ਕਹੋ ਨਾਨਕ ਸੁੰਦਰੇ ਮਨਾ ਸਿਮਰਤ ਕਾਹੇ। ਸਿਮਰਤ ਤੇ ਸਿਮਰਤ ਗਤ ਹੋਏ, ਗਤ ਪ੍ਰਾਪਤੀ ਨੂੰ ਕਹਿੰਦੇ। ਗਾਤ ਹੋਵੇ ਤਾਂ ਫਿਰ ਸਰੀਰ ਬਣ ਜਾਂਦਾ ਹੈ। ਕਹੋ ਕਹਿੰਦੇ ਨੇ ਮਹਾਰਾਜ ਆਪਣਾ ਨਾਂ ਨਹੀਂ ਵਰਤਦੇ, ਬਾਰ-ਬਾਰ ਨਾਵੇਂ ਸਰੂਪ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਵਰਤਦੇ ਨੇ। ਹੇ ਮਨਾ ਪਿਆਰਿਆ, ਤੇ ਸਿਮਰਨ ਕਰਨ ਨਾਲ ਤੈਨੂੰ ਸਾਚਰ ਤੁਹਾਡੇ ਕੋਲ ਸਵਾਸ ਚੱਲਦੇ ਨੇ ਸਰੀਰ ਵਿੱਚ। ਕੀ ਪਤਾ ਸਰੀਰ ਦਾ ਕਦੋਂ ਜਵਾਬ ਦੇ ਦੇਵੇ। ਜਿਹਦਾ ਸਿਮਰਨ ਕਰਨ ਨਾਲ, ਚੇਤੇ ਕਰਨ ਨਾਲ, ਧਿਆਨ ਦੇਵੋ, ਊਡੇ ਊੜ ਆਵੇ ਸੈਕੋ ਸਾਂਤ ਪਾਸੇ ਬਚਰੇ ਛਰਿਆ। ਤੈਨੂੰ ਕਮਨ ਖਿਲਾਵੇ ਕਮਨ ਚੁਗਾਵੇ, ਮਨ ਮੈਂ ਸਿਮਰਨ ਕਰਿਆ। ਓਡੇ ਉੱਡ ਕੇ ਕੂੰਜਾਂ ਸੈਂਕੜੇ ਕੋ ਆ ਜਾਂਦੀਆਂ ਪਹਾੜਾਂ 'ਚ, ਆਂਡੇ ਬੱਚੇ ਦੇ ਕੇ, ਆਂਡੇ ਦੇ ਕੇ, ਤੇ ਫਿਰ ਉਹ ਯਾਦ ਰੱਖਦੀਆਂ, ਚੇਤੇ ਰੱਖਦੀਆਂ। ਨਾ ਦੇ ਕੁਕੜੀ ਦੀ ਤਰ੍ਹਾਂ ਆਂਡਿਆਂ 'ਤੇ ਬਹਿੰਦੀਆਂ ਨੇ, ਤੇ ਨਾ ਚੋਗਾ ਹੀ ਦਿੰਦੀਆਂ ਨੇ। ਯਾਦ ਸਿਮਰਨ ਸ਼ਕਤੀ ਨਾਲ ਆਂਡਿਆਂ 'ਚ ਬੱਚੇ ਬਣ ਜਾਂਦੇ ਹੈ, ਤੇ ਅਡਾਰੀ ਮਾਰ ਕੇ ਆਪਣੇ ਮਾਂ ਪਿਓ ਨੂੰ ਮਿਲ ਪੈਂਦੇ ਹੈ। ਕੁੰਮੀ ਜਲ ਮੈਂ ਤੰਤ ਸਬਾਰ, ਪੰਖ ਖੀਰ ਕਹਿ ਨਾਹੀ, ਤਹਿ ਕਾ ਧੰਨਾ ਪੂਰਨ ਤਾਹੂ ਕੋ। ਮਾਤਰੇ ਜੀ ਰਾਹੀ ਕੁੰਮੀ ਕਛੂ ਕੰਮੀ, ਬਰੇਤੇ ਰੇਤ ਵਿੱਚ ਟੋਵਾ ਕੱਢ ਕੇ ਖੰਭਾਂ ਨਾਲ, ਉੱਥੇ ਕਿੰਨੇ ਸਾਰੇ ਆਂਡੇ ਦੇ ਆਉਂਦੀ ਹੈ। ਤਾਂ ਬਾਜ਼ਾਰਾਂ 'ਚ ਆਂਡੇ ਜਿਹੜੇ ਖਾਂਦੇ ਨੇ ਉਹ ਬਹੁਤ ਗਿਣਤੀ ਕਛੂ ਕੰਮੀਆਂ ਦੇ ਹੁੰਦੇ ਹੈ। ਇਸ ਪ੍ਰਕਾਰ ਆਪ ਚਲੇ ਜਾਂਦੀ ਹੈ ਪਾਣੀ ਵਿੱਚ, ਤੇ ਨਾ ਕਛੂ ਕੰਮੀ ਨੂੰ ਖੰਭ ਨੇ ਉੱਡਣ ਲਈ, ਤੇ ਨਾ ਖੀਰ ਅਸਥਨ ਥਾਣਨ ਨੇ ਦੁੱਧ ਚੁਕਾਉਣ ਨੂੰ, ਤੇ ਨਾ ਕੁਕੜੀ ਤਰ੍ਹਾਂ ਆਂਡਿਆਂ 'ਤੇ ਬਹਿੰਦੀ ਹੈ। ਉਹ ਬੱਚੇ ਕਿਵੇਂ ਬਣ ਜਾਂਦੇ ਹੈ, ਫਿਰ ਉਹਦੇ ਕੋਲ ਮਾਂ ਦੇ ਕਿਉਂ ਚਲੇ ਜਾਂਦੇ ਹੈ। ਉਹ ਧਿਆਨ ਰੱਖਦੀ ਹੈ, ਚੇਤੇ ਰੱਖਦੀ ਹੈ। ਸਾਨੂੰ ਸਮਝਾਇਆ ਤੁਸੀਂ ਵੀ ਚੇਤੇ ਰੱਖੋ, ਤੁਸੀਂ ਵੀ ਧਿਆਨ 'ਚ ਰੱਖੋ। ਉੱਠਦੇ ਬਹਿੰਦੇ ਸੌਂਦੇ, ਹਾਥ ਪਾਉ ਕਰ ਕੰਮ ਸਭ, ਚੇਤ ਨਿਰੰਜਨ ਨਾਲ। ਕੋਈ ਔਖੀ ਗੱਲ ਨਹੀਂ, ਸੌਖੀ ਬੜੀ ਹੈ, ਪਰ ਸੁਣਾਂਗੇ ਵਿਚਾਰਾਂਗੇ ਤੇ ਚੇਤਾ ਆਊ ਨਾ। ਇਸ ਪ੍ਰਕਾਰ ਜਿਹ ਸਿਮਰਤ ਗਤ ਪਾਈ ਹੈ, ਗਤ ਪ੍ਰਾਪਤੀ ਹਰ ਵਸਤੂ ਦੀ ਪਿੱਛੇ ਪਿੱਛੇ ਲੱਗੀਆਂ ਫਿਰਨਗੀਆਂ।
तेह भाज रे तैं मीत मित्रा। उस दा भजन सिमरन कर, उस करते पुरख ਨੂੰ ਯਾਦ कर। अपना मित्र सानू बनाउंदे है, भरा बनाउंदे महाराज साहब जी। कहो नानक सुन रे मना, औद घटत है नीत। कि गुरु नानक पातशाह ਦੇ ਦਸੇ ਸਰੂਪ ਆਪ ਅਕਾਲ ਦੇ ਪੁਜਾਰੀ ਸੀ, ਉਸ ਦਾ ਧਿਆਨ ਧਰਦੇ ਸੀ, ਉਸ ਦਾ ਜਾਪ ਕਰਦੇ ਸੀ। ਪੁੱਛਿਆ ਸਦਾ ਤੇਰਾ ਕਬਨ ਗੁਰੂ, ਕਿਸ ਕਾ ਤੂੰ ਚੇਲਾ। ਹਜ਼ੂਰ ਕਹਿੰਦੇ ਸ਼ਬਦ ਗੁਰੂ ਸੁਰ ਧੁਨ ਚੇਲਾ। ਸੁਰਤੀ ਚੇਲੀ ਬਣਾਈ ਹੈ ਤੇ ਸ਼ਬਦ ਮੂਲ ਮੰਤਰ ਗੁਰ ਮੰਤਰ ਮੇਰਾ ਗੁਰੂ ਹੈ। ਕੋਈ ਹੱਡ ਚੰਮ ਦਾ ਸਰੀਰ ਮੇਰਾ ਗੁਰੂ ਨਹੀਂ। ਸਾਨੂੰ ਸਿੱਖਿਆ ਕਿਉਂ ਨਹੀਂ ਮਿਲਦੀ? ਅਸੀਂ ਜਣਾ ਖਣਾ ਕਿਉਂ ਬਣਾਈ ਫਿਰਦੇ ਹਾਂ? ਉਸੇ ਦੇ ਪੁਜਾਰੀ ਸਾਨੂੰ ਬਣਾਇਆ ਜਿਹਦੇ ਉਹ ਆਪ ਸੀ। ਇਹ ਨਹੀਂ ਕਿਹਾ ਵੀ ਮੇਰਾ ਧਿਆਨ ਧਰੀ ਮੈਂ ਸਹਾਇਤਾ ਕਰੂੰ। ਹਾਂ ਸਰੂਪ ਬਦਲ ਕੇ ਜਿਹੜੇ ਸਰੂਪ 'ਚ ਮਰਜ਼ੀ ਉਹ ਪ੍ਰਗਟ ਹੋ ਸਕਦਾ, ਸਹਾਇਤਾ ਕਰ ਸਕਦਾ ਤੇ ਕਰਦਾ ਆਇਆ। ਕਹੋ ਨਾਨਕ ਸੁਣ ਰੇ ਮਨ, ਔਦ ਘਟਤ ਹੈ। ਔਦ ਉਮਰ ਆਜੂ ਘਟਦੀ ਜਾਂਦੀ ਹੈ ਨਿਤਾ ਪ੍ਰਤੀ। ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ। ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜਿਉ ਪਾਣੀ। ਘਟ ਘੜੇ ਨੂੰ ਕਹਿੰਦੇ ਤੇ ਪਾਣੀ ਦਾ ਭਰਿਆ ਹੋਵੇ, ਫੁੱਟ ਜਾਵੇ, ਤਰੇੜ ਆ ਜਾਵੇ, ਛੇਕ ਹੋ ਜਾਵੇ, ਪਾਣੀ ਸਿਮਣਾ ਆਰੰਭ ਹੋ ਜਾਂਦਾ ਹੈ ਤੇ ਹੌਲੀ ਤੁਬਕਾ ਤੁਬਕਾ ਕਰਕੇ ਪੌਣਾ ਹੋ ਜੂ, ਅੱਧਾ ਹੋ ਜੂ, ਖਤਮ ਹੋ ਜਾਊ, ਮੁੱਕ ਜਾਊ। ਫਿਰ ਘਟ ਫੂਟੇ ਕੋਈ ਬਾਤ ਨਾ ਪੁੱਛੇ, ਕਾਢੋ ਕਾਢੋ ਹੋਈ। ਜਦੋਂ ਘੜਾ ਪਹਿਲਾਂ ਸਾਂਭ ਕੇ ਰੱਖਿਆ ਜਾਂਦਾ ਹੈ, ਜਦੋਂ ਖਾਲੀ ਹੋ ਜਾਂਦਾ ਫਿਰ ਵਗਾਹ ਮਾਰਦੇ ਹੈ, ਫਿਰ ਉਹਦੀਆਂ ਠੀਕਰੀਆਂ ਹੋ ਜਾਂਦੀਆਂ। ਇਹੋ ਜਿਹੇ ਹਾਲਾਤ ਤੇਰੇ ਸਰੀਰ ਦੀ ਹੋ ਜਾਓ। ਕੱਚੇ ਘੜੇ ਨਾਲੋਂ ਵੀ ਕਾਚ ਗਗਰੀਆ ਅੰਬ ਬਜਰੀਆ, ਇਹ ਹਾਲਾਤ ਹੈ ਤੇਰੇ ਸਰੀਰ ਉੱਤੇ ਘੜੀ ਦੀ। ਇਹ ਥਿਰ ਨਹੀਂ ਰਹਿਣਾ, ਸਾਂਭ ਰੱਖਦਾ ਜਿੰਨੇ ਮਰਜ਼ੀ ਯਤਨ ਕਰ ਲਾ। ਸੋ ਸੁਣ ਰੇ ਮਨਾ, ਔਦ ਉਮਰ ਘਟਦੀ ਜਾਂਦੀ ਹੈ ਦਿਨ ਤੇ ਪਹਿਰ ਤੇ ਘੜੀਆਂ। ਆਪ ਘਟੇ ਤਨ ਸੀਜੇ, ਕਾਲ ਹੇਰੀ ਸਿਰ ਤੇ ਖੜਾ ਹੈ ਸ਼ਿਕਾਰੀ। ਇਸ ਪ੍ਰਕਾਰ ਦਿਨ ਤੇ ਪਹਿਰ ਲੰਘ ਜਾਂਦੀ ਹੈ, ਘੜੀਆਂ ਲੰਘ ਜਾਂਦੀਆਂ, ਉਮਰਾਂ ਲੰਘ ਜਾਂਦੀਆਂ। ਪਾਂਚ ਤਤ ਕੋ ਤਨ ਰਚਿਓ, ਜਾਨੋ ਹੋ ਚਤਰ ਸੁਜਾਨ। ਪੰਜਾਂ ਤੱਤਾਂ ਦਾ ਹੀ ਬਣਿਆ ਹੈ। ਇਹਨਾਂ ਦੀ ਕਿੰਨੀ ਕੁ ਮਨਿਆਦ ਹੈ। ਇੱਕ ਧਰਤੀ ਹੈ ਤੇ ਇੱਕ ਆਕਾਸ਼ ਹੈ, ਅਗਨੀ ਹੈ ਤੇ ਪਾਣੀ ਹੈ। ਇਸ ਪ੍ਰਕਾਰ ਤੇ ਪੁਲਾੜ ਪੰਜਾਂ ਤੱਤਾਂ ਦਾ ਬਣਿਆ ਹੈ। ਸੋ ਆਕਾਸ਼ ਧਰਤੀ ਹੈ ਸਰੀਰ, ਤੇ ਪੁਲਾੜ ਆਕਾਸ਼ ਹੈ ਸਰੀਰ ਅੰਦਰ, ਜਿੱਥੇ ਹਵਾ ਪ੍ਰਵੇਸ਼ ਕਰਦੀ ਹੈ। ਖਾਲੀ ਹੋਵੇ ਤੇ ਨਹੀਂ, ਭਰਿਆ ਹੋਵੇ ਤੇ ਨਹੀਂ ਜਾ ਸਕਦਾ, ਕਿਉਂਕਿ ਕੋਈ ਵੀ ਵਸਤੂ ਅੰਦਰ ਵਸ ਸਮਾਵੇ, ਦੂਜੀ ਹੋਵੇ ਪਾਸ। ਪਹਿਲੇ ਵਸਤੂ ਨਾਲ ਕੋਈ ਬਸਤਰ ਭਰਿਆ ਹੋਵੇ, ਬਰਤਨ ਕੋਈ, ਤੇ ਹੋਰ ਪਾਓਗੇ ਤੇ ਬਾਹਰ ਡੁੱਲੀ ਜਾਊ। ਇਸ ਪ੍ਰਕਾਰ ਜੀਵ ਜਿਉਂਦਾ ਹੈ, ਪਾਣੀ ਮੂੰਹ 'ਚ ਪਾਓ ਅੰਦਰ ਲੰਘ ਜਾਓ, ਤੇ ਮਰੇ ਦੇ ਪਾਓ ਤੇ ਬਾਹਰ ਨਿਕਲ ਜਾਊ। ਕਿਉਂਕਿ ਪੁਲਾੜ ਖਤਮ ਹੋ ਗਿਆ ਅੰਦਰੋਂ, ਉਹਨੂੰ ਆਕਾਸ਼ ਕਹਿੰਦੇ ਹੈ। ਹਵਾ ਜਾਂਦੀ ਹੈ ਉਹਦੇ ਰਾਹੀਂ, ਨਾਲ ਅਗਨੀ ਵੀ ਜਾਂਦੀ ਹੈ ਤੇ ਪਾਣੀ ਵੀ ਜਾਂਦਾ ਹੈ। ਇਸ ਪ੍ਰਕਾਰ ਤੇ ਬਸੰਤਰ ਅਗਨੀ, ਜਠਰ ਅਗਨੀ ਸਰੀਰ ਨੂੰ ਜਿਹੜੀ ਗਰਮ ਰੱਖਦੀ ਹੈ। ਇਹਨਾਂ ਪੰਜਾਂ ਤੱਤਾਂ ਦਾ ਬਣਿਆ ਹੋਇਆ ਤੇਰਾ ਸਰੀਰ, ਕੋਈ ਮਿਣਿਆਦ ਇਹਨਾਂ ਦੀ ਨਹੀਂ। ਸੋ ਇਸ ਪ੍ਰਕਾਰ ਬੁਝਰੇ ਗਿਆਨੀ ਮੂਆ ਹੈ ਕੌਣ, ਪੌਣੇ ਪਾਣੀ ਅਗਨੀ ਕਾ ਮੇੜ। ਤੱਤਾਂ 'ਚ ਮਿਲ ਜਾਣਗੇ, ਮਰਿਆ ਤੇਰਾ ਕੀ ਹੈ। ਪੰਜ ਤੱਤ ਕੋ ਤਨ ਰਚਿਓ, ਜਨ ਬੜਾ ਸਮਝਦਾਰ ਬਣੀ ਫਿਰਦਾ, ਚਤਰ ਸੁਜਾਨ ਸਿਆਣਾ ਬਣੀ ਫਿਰਦਾ, ਆਪਣੇ ਆਪ ਨੂੰ ਮੰਨੀ ਫਿਰਦਾ। ਜਿਹ ਤੇ ਉਪਜਿਓ ਨਾਨਕਾ, ਲੀਨ ਤਾਹੀਂ ਮੈਂ ਮਾਨ। ਜਿਸ ਤੋਂ ਉਪਜੇ ਪੈਦਾ ਹੋਏ ਸੀ ਇਹ ਤੱਤ, ਉਸ ਵਿੱਚ ਹੀ ਲੀਨ ਹੋ ਗਏ। ਇੱਥੇ ਗੁਰਮੁਖੋ ਤੀਲ ਜਗਾਓਗੇ ਡੱਬੀ ਦੀ, ਤੇ ਅੱਗ ਬਲ ਪੂ ਹਵਾ 'ਚੋਂ ਪੈਦਾ ਹੋ ਜਾਂਦੀ ਹੈ। ਤੇ ਬਲ ਦੀ ਮੋਮਬੱਤੀ ਬੁਝਾ ਦਿਓ, ਪੁੱਛੋ ਅਗਨੀ ਕਿੱਧਰ ਗਈ, ਹਵਾ 'ਚ ਮਿਲ ਗਈ। ਇਸ ਪ੍ਰਕਾਰ ਉਹ ਇਸ ਤਰ੍ਹਾਂ ਹੀ ਤੇਰਾ ਸਰੀਰ ਸਵਾਸ ਹਵਾ 'ਚ ਮਿਲ ਗਏ, ਅਗਨੀ 'ਚ ਮਿਲ ਗਈ, ਤੱਤਾਂ 'ਚ ਮਿਲ ਗਏ। ਜਿੱਥੋਂ ਉਪਜਿਆ ਸੀ ਉਹਦੇ ਵਿੱਚ ਲੀਨ ਹੋ ਗਿਆ। ਮੰਨਣਾ ਕਰੋ ਇਸ ਗੱਲ ਨੂੰ। ਇਸ ਪ੍ਰਕਾਰ ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਮਹਾਤਮਾ ਜਨ ਪੁਕਾਰ ਕੇ ਕਹਿੰਦੇ ਹੈ। ਸੋ ਇਸ ਪ੍ਰਕਾਰ ਗੁਰਹਿ ਦਿਖਾਇਓ ਲੋਏ ਨਾ, ਇਤ ਹੈ ਉਤ ਹੈ ਘਟ ਘਟ ਤੂੰ ਹੀ ਸੋ ਹੈ ਨਾ ਸੋਭ ਨੀਕ ਮਿਲਿਆ ਹੋਇਆ। ਇਸ ਪ੍ਰਕਾਰ ਸਾਰੇ ਸ੍ਰਿਸ਼ਟੀ ਨੂੰ ਰਚਣ ਵਾਲਾ ਤੇ ਬਿੜਾਉਣ ਵਾਲਾ, ਕੁਮਾਰੇ ਏਕ ਜੋ ਮਾਟੀ ਗੂੰਦੀ ਬਹੁਵਿਧ ਬਾਣੀ ਲਾਈ। ਕਾਹੂ ਮੈਂ ਮੋਤੀ ਮੁਕਤਾਹਲ, ਕਾਹੂ ਵਿਆਦ ਲਗਾਈ। ਸੂਮੇ ਧਨ ਰਾਖਣ ਕੋ ਦੀਆ, ਮੁਤ ਕਹੇ ਤਨ ਮੇਰਾ। ਅੰਤ ਕੀ ਜਮ ਕਾ ਢੂੰਡ ਮੂੰਡ ਮੈਂ ਲੱਗ ਗਿਆ, ਖਿਨ ਮੈਂ ਕਰੇ ਨਵੇਰਾ ਦੀ ਹਾਲਾਤ ਹੋਵੇਗੀ।
ਬਹੁਤਾ ਸਮਾਂ ਆਪਾਂ ਨਾ ਬੋਲੀਏ। ਮਹਾਰਾਜ ਸਾਹਿਬ ਨੇ 3 ਸ਼ਲੋਕਾਂ ਤੋਂ 12 ਤੱਕ ਕਿਰਪਾ ਕੀਤੀ ਹੈ। ਕਿਉਂ ਬੁਲਾਵੇ ਤਿਉਂ ਬੋਲੇ ਸੁਆਮੀ ਕੁਦਰਤ ਕੌਣ ਹਮਾਰੀ, ਸਾਰ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਅਤੀ ਪਿਆਰੀ ਮਹਾਰਾਜ ਸਾਹਿਬ ਨੂੰ ਗੁਰੂ ਕੀ ਸੰਗਤ ਹੈ ਅਤੇ ਗੁਰੂ ਕੀ ਕਥਾ ਹੈ, ਗੁਰੂ ਕੀ ਬਾਣੀ ਹੈ। ਪਾਠ ਰੂਪ ਵਿੱਚ ਹੋਵੇ, ਕੀਰਤਨ ਰੂਪ ਵਿੱਚ ਹੋਵੇ ਜਾਂ ਕਥਾ ਰੂਪ ਵਿੱਚ ਹੋਵੇ, ਭਾਗਾਂ ਨਾਲ ਆਪਾਂ ਨੂੰ ਪ੍ਰਾਪਤ ਹੋ ਰਹੀ ਹੈ। ਅਤੇ ਕੱਲ੍ਹ ਹਜ਼ੂਰ ਨੇ ਸਮਾਂ ਬਖਸ਼ਿਆ, ਪਤਾ ਤੇ ਕਰੀਦਾ ਨਹੀਂ। ਅਤੇ ਸ਼ਬਦ ਆਵੇਗਾ ਕਹੋ ਨਾਨਕ ਤੇ ਭਜ ਮਨਾ ਔਧ, ਭਉ ਨਿਰੁੱਤਰ ਹੈ ਪਾਰ। ਭੈਦਾਇਕ ਸੰਸਾਰ ਸਾਗਰ ਤੋਂ ਪਾਰ ਉਤਰ ਜਾਵੇਗਾ, ਲੰਘ ਜਾਵੇਗਾ ਜੇ ਉਹਦਾ ਭਜਨ ਕਰੇਗਾ। ਤਾਂ ਸ਼ਬਦ ਆਵੇਗਾ ਸੁੱਖ ਦੁੱਖ ਜਿਹੇ ਪਰਸੇ ਨਹੀਂ, ਲੋਭ ਮੋਹ ਅਭਿਮਾਨ। ਇਹਦੀ ਸੇਵਾ ਮਹਾਰਾਜ ਸਾਹਿਬ ਕਹਿਣ ਦੀ ਅਤੇ ਸੁਣਨ ਦੀ ਸਾਡੇ ਪਾਸੋਂ ਲੈ ਲੈਣ। ਤਰਸ ਕਰਕੇ ਅਣਮੁੱਲੀ ਕਰੀ, ਮਹਿੰਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਇੰਨਾ ਸਵੀਕਾਰ ਕਰੋ। ਤੁਹਾਡੀਆਂ ਪਿਕਚਰਾਂ ਫੋਟੋ ਵੀਰ ਕੈਦ ਕਰੀ ਜਾਂਦਾ ਹੈ ਦੇਸਾਂ ਪ੍ਰਦੇਸਾਂ ਵਿੱਚ ਸਦਾ ਲਈ। ਅਸੀਂ ਬਿਰਧ ਹੋ ਜਾਵਾਂਗੇ, ਸਰੀਰ ਛੱਡ ਜਾਵਾਂਗੇ, ਇਹ ਐਵੇਂ ਹੀ ਰਹਿਣੀਆਂ, ਆਵਾਜ਼ ਵੀ ਐਵੇਂ ਰਹਿਣੀ ਹੈ। ਇਸ ਪ੍ਰਕਾਰ ਸਤਿਗੁਰ ਕਿਰਪਾ ਕਰਕੇ ਸਾਨੂੰ ਮੌਕਾ ਮਿਲਿਆ, ਸਮਾਂ ਮਿਲਿਆ, ਇਸ ਦਾ ਲਾਹਾ ਜ਼ਰੂਰ ਲਈਏ ਅਤੇ ਬਾਕੀ ਲਾਭ ਰਸਨਾ ਦਾ ਲਈਏ। ਜਿਹੜੀ ਰੰਭ 'ਚ ਵੀ ਫਤਿਹ ਗਜਾਉਣ ਤੋਂ ਵਾਹਿਗੁਰੂ ਅਤੇ ਭੋਗ 'ਤੇ ਵੀ ਫਤਿਹ ਗਜਾਉਣ ਤੋਂ ਵਾਹਿਗੁਰੂ ਰਸਨਾ 'ਤੇ ਆਉਂਦਾ ਅਤੇ ਰਸਨਾ ਸਫਲੀ ਸੁੱਚੀ ਹੁੰਦੀ ਹੈ। ਅਤੇ ਕਰੋ ਅਤੇ ਕਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।